ਮੇਰੇ ਮਨ ਏਕ ਸਸਿਉ ਚਿਤ ਲਾਇ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਇ। ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਇ। ਧੰਨ ਵਾਹਿਗੁਰੂ ਸਾਹਿਬ ਜੀ। ਮੁੰਦਾਂ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈਂ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪਰਤੀ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਵਿੱਤਰ ਉਪਦੇਸ਼ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਆਪਾਂ ਸਾਰੇ ਹੀ ਰਲ ਮਿਲ ਕੇ ਵਾਹਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਉਦਮ ਦਾ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਜਪ ਬਾਣੀ ਦੀ ਨਿਰੰਤਰ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਇਸ ਪਾਵਨ ਬਾਣੀ ਦਾ ਜੋ ਮੁੱਢਲਾ ਸਿਧਾਂਤ ਹੈ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਇਸ ਨੂੰ ਸਨਮੁਖ ਰੱਖਦਿਆਂ ਹੋਇਆਂ ਇਸ ਸਾਰੀ ਬਾਣੀ ਦੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਪੌੜੀਆਂ ਇੱਕ ਲੜੀ ਦੇ ਵਿੱਚ ਪਰੋ ਕੇ ਇਸ ਸਿਧਾਂਤ ਨੂੰ ਉਜਾਗਰ ਕਰਨ ਵਾਸਤੇ ਵਿਆਖਿਆ ਕੀਤੀ ਹੈ, ਜਿਸ ਨੂੰ ਆਪ ਜੀ ਨੇ ਨਿਰੰਤਰ ਸ਼ਰਵਣ ਕਰਦਿਆਂ ਹੋਇਆਂ 27 ਪੌੜੀਆਂ ਦੀ ਵਿਚਾਰ ਹੁਣ ਤੱਕ ਆਪ ਜੀ ਨੇ ਸੁਣੀ ਹੈ। ਜਿਸ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਉਹ ਜਪ ਬਾਣੀ ਦੀ ਇਸ ਨਿਰੰਤਰ ਪਾਠ ਦੇ ਵਿੱਚ 28 ਨੰਬਰ ਪੌੜੀ ਹੈ। ਜਿਵੇਂ ਕਿ ਆਪ ਜੀ ਨੇ ਪਿਛਲੇਰੀਆਂ ਪੌੜੀਆਂ ਦੇ ਵਿੱਚ ਇੱਕ ਗੱਲ ਖਾਸ ਧਿਆਨ ਵਾਲੀ ਨੋਟ ਕੀਤੀ ਹੋਵੇਗੀ, ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਖਿਆਲਾਂ ਦੀ ਵਿਆਖਿਆ ਕਰਦਿਆਂ ਹੋਇਆਂ ਕਿਤੇ 1, 2, 4 ਜਾਂ 3 ਇਤਿਆਦਿਕ ਪੌੜੀਆਂ ਦੇ ਜੁੱਟ ਬਣਾ ਕੇ, ਇਕੱਠ ਬਣਾ ਕੇ ਉਹਨਾਂ ਵਿੱਚ ਨਿਰੰਤਰ ਗੱਲ ਕਰਦੇ ਨੇ। ਜਿਵੇਂ ਸੁਣੈ 4 ਪੌੜੀਆਂ, ਮੰਨੈ 4 ਪੌੜੀਆਂ, ਅਸੰਖ ਵਾਲੀਆਂ 3 ਪੌੜੀਆਂ। ਇਸੇ ਤਰ੍ਹਾਂ ਉੱਥੇ ਇੱਕ ਨਿਰੰਤਰ ਵਿਚਾਰ ਜਿਹੜਾ 3 ਪੌੜੀਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਇੱਕ ਨਿਰੰਤਰ ਵਿਚਾਰ 4 ਪੌੜੀਆਂ ਦੇ ਵਿੱਚ ਚੱਲਦਾ ਹੈ। ਕੋਈ ਵਿਚਾਰ ਇੱਕ ਪੌੜੀ ਦੇ ਵਿੱਚ ਦੇ ਕੇ ਫਿਰ ਉੱਥੋਂ ਅਗਲੇ ਪਾਸੇ ਦੀ ਅਗਲੇਰੀ ਗੱਲ ਜਿਹੜੀ ਹੈ, ਵਿਚਾਰ ਜਿਹੜੀ ਹੈ, ਸਤਿਗੁਰੂ ਜੀ ਸਾਡੇ ਨਾਲ ਸਾਂਝੀ ਕਰਦੇ ਨੇ। ਇਸੇ ਤਰ੍ਹਾਂ ਹੀ 27 ਪੌੜੀਆਂ ਦੀ ਸਮਾਪਤੀ ਤੋਂ ਬਾਅਦ 28ਵੀਂ ਪੌੜੀ ਜਿਹੜੀ ਆਰੰਭ ਹੁੰਦੀ ਹੈ। 28, 29, 30 ਤੇ 31 4 ਪੌੜੀਆਂ ਐਸੀਆਂ ਹਨ ਜਿਨ੍ਹਾਂ ਨੂੰ ਜੇ ਥੋੜ੍ਹਾ ਜਿਹਾ ਇਕਾਗਰਤਾ ਦੇ ਨਾਲ ਅਸੀਂ ਪੜ੍ਹਨ ਦਾ ਯਤਨ ਕਰੀਏ, ਵਿਚਾਰਨ ਦਾ ਯਤਨ ਕਰੀਏ, ਤੇ ਸਮਝ ਆਏਗੀ ਕਿ ਇੱਕ ਵਿਚਾਰ ਜਿਹੜਾ ਸਤਿਗੁਰੂ ਨੇ ਇਹਨਾਂ 4 ਪੌੜੀਆਂ ਦੇ ਵਿੱਚ ਵਿਆਖਿਆ ਕਰਕੇ ਸਾਡੇ ਸਨਮੁਖ, ਸਾਡੇ ਸਾਹਮਣੇ ਸਾਨੂੰ ਸਮਝਾਉਣ ਹਿੱਤ ਰੱਖਿਆ ਹੈ। ਪਾਤਸ਼ਾਹ ਜੀ ਨੇ, ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜਾ ਮੁੱਖ ਨੁਕਤਾ, ਜਿਹੜਾ ਮੁੱਢਲਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ, ਉਹ ਹੈ ਵੀ ਅਸੀਂ ਸਚਿਆਰ ਕਿਵੇਂ ਹੋਣਾ ਤੇ ਸਾਡੇ ਅੰਦਰ ਦੀ ਜਿਹੜੀ ਝੂਠ ਦੀ ਪਾਲ ਕੰਧ ਹੈ, ਉਹ ਸਾਡੇ ਅੰਦਰੋਂ ਕਿਵੇਂ ਟੁੱਟ ਸਕਦੀ ਹੈ। ਇਸ ਝੂਠ ਦੀ ਕੂੜ ਦੀ ਪਾਲ ਨੂੰ ਤੋੜਨ ਦਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਤਰੀਕਾ ਸੁਝਾਇਆ ਹੈ, ਆਪਣੀ ਬਾਣੀ ਦੇ ਅੰਦਰ ਜੋ ਰਾਹ ਦੱਸਿਆ, ਉਹ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖਿਆ ਹੈ
ਵੀ ਇਸ ਕੂੜ ਦੀ ਪਾਲ ਨੂੰ ਤੋੜਨ ਲਈ ਤੇ ਸਚਿਆਰ ਹੋਣ ਲਈ ਜੋ ਆਰੰਭ ਤੋਂ ਯਤਨ ਹੁੰਦੇ ਆ ਰਹੇ ਨੇ ਉਹ ਕਿਸ ਤਰ੍ਹਾਂ ਦੇ ਨੇ ਤੇ ਕਿਹੋ ਜਿਹੇ ਯਤਨ ਮਨੁੱਖ ਕਰਦਾ ਆ ਰਿਹਾ ਹੈ। ਉਹਨਾਂ ਸਾਰੇ ਰਲੇ ਮਿਲੇ ਯਤਨਾਂ ਦੇ ਵਿੱਚੋਂ, ਜਿਨ੍ਹਾਂ ਵਿੱਚੋਂ ਕੁਝ ਕਰਮ ਕਾਂਡਾਂ ਦਾ, ਕੁਝ ਵਹਿਮਾਂ, ਕੁਝ ਭਰਮਾਂ ਦਾ, ਕੁਝ ਉਲਝਣਾਂ ਦਾ ਸਤਿਗੁਰੂ ਖੰਡਨ ਪਹਿਲੀਆਂ ਪੌੜੀਆਂ ਵਿੱਚ ਕਰ ਆਏ ਨੇ। ਔਰ ਜਿਹੜੀ ਪੌੜੀ ਆਪਾਂ ਵਿਚਾਰਨੀ ਹੈ, ਜਿਸ ਦਾ ਪਾਠ ਆਪ ਜੀ ਨੇ ਬੜੀ ਇਕਾਗਰਤਾ ਨਾਲ ਸੁਣਿਆ ਹੈ, ਇਸ ਪਾਵਨ ਪੌੜੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਯੋਗ ਮਤ ਨਾਲ ਸੰਬੰਧਿਤ ਕੁਝ ਕਿਰਿਆ ਕਲਾਪਾਂ ਔਰ ਕਰਮ ਕਾਂਡਾਂ ਦਾ ਜ਼ਿਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। ਯੋਗ ਮਤ ਇੱਕ ਐਸਾ ਫਿਰਕਾ ਹੈ ਜਿਹੜਾ ਤਿਆਗ ਨੂੰ ਮਹੱਤਤਾ ਦਿੰਦਾ ਹੈ। ਘਰ ਪਰਿਵਾਰ, ਦੁਨੀਆ ਦੇ ਸਬੰਧ, ਰਿਸ਼ਤੇਦਾਰੀਆਂ, ਕਿਰਤਕਾਰ, ਆਪਣੇ ਪੇਟ ਪੂਰਤੀ ਦੇ ਲਈ, ਆਪਣੇ ਸਰੀਰ ਦੀ ਪਾਲਣਾ ਲਈ ਕੀਤਾ ਜਾਣ ਵਾਲਾ ਰੁਜ਼ਗਾਰ, ਕਿਰਤ, ਸਭ ਕੁਝ ਛੱਡ ਛਡਾ ਕੇ ਸਮਾਜ ਨਾਲੋਂ, ਲੋਕਾਂ ਨਾਲੋਂ, ਪਰਿਵਾਰ ਨਾਲੋਂ, ਰਿਸ਼ਤੇਦਾਰੀਆਂ ਨਾਲੋਂ ਸਾਰੇ ਸਬੰਧ ਤੋੜ ਕੇ ਔਰ ਦੀਖਿਆ ਲੈ ਕੇ ਇੱਕ ਖਾਸ ਫਿਰਕੇ ਦੇ ਵਿੱਚ ਸ਼ਾਮਲ ਹੋ ਕੇ ਉਸ ਫਿਰਕੇ ਦੀਆਂ ਮਤ ਦੀਆਂ ਜਿਹੜੀਆਂ ਜੁਗਤਾਂ ਨੇ ਉਹਨਾਂ ਨੂੰ ਧਾਰਨ ਕਰ ਲੈਣਾ ਤੇ ਇਵੇਂ ਯੋਗ ਵਾਸਤੇ ਯਤਨ ਆਰੰਭ ਕਰ ਦੇਣਾ। ਵੈਸੇ ਯੋਗ ਦਾ ਅਰਥ ਮਿਲਾਪ ਹੈ। ਅਕਾਲ ਪੁਰਖ ਨਾਲ ਮਿਲਾਪ ਕਰਨ ਵਾਸਤੇ, ਰੱਬ ਦਾ ਮਿਲਾਪ ਹਾਸਲ ਕਰਨ ਵਾਸਤੇ ਜੋਗੀ ਬਣਨ ਵਾਲੇ ਦਾ ਅਰਥ ਹੁੰਦਾ ਹੈ ਵੀ ਇਹਨੇ ਹੁਣ ਯੋਗ ਵਾਸਤੇ ਆਪਣਾ ਪੈਰ ਪੁੱਟ ਲਿਆ, ਜੋਗੀ ਬਣ ਗਿਆ, ਇਹ ਰੱਬੀ ਮਿਲਾਪ ਵਾਸਤੇ ਤੁਰਿਆ ਹੋਇਆ। ਔਰ ਉਹਦੀ ਪਹਿਲੀ ਤੇ ਲਾਜ਼ਮੀ ਸ਼ਰਤ ਇਹ ਸੀ ਵੀ ਆਪਣੇ ਘਰ ਨੂੰ, ਪਰਿਵਾਰ ਨੂੰ, ਰਿਸ਼ਤੇਦਾਰੀਆਂ ਨੂੰ, ਸਮਾਜ ਨੂੰ, ਲੋਕਾਂ ਦੇ ਨਾਲ ਜਿੰਨੇ ਵੀ ਸਾਡੇ ਸਬੰਧ ਨੇ, ਸਾਂਝਾਂ ਨੇ, ਉਹ ਸਭ ਤੋੜਨੀਆਂ ਪੈਣਗੀਆਂ। ਭਾਵ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਤਿਆਗੀ ਹੋਣਾ ਪਵੇਗਾ। ਤੋਂ ਪਹਿਲੀ ਸ਼ਰਤ ਹੈ ਤਿਆਗ ਦੀ, ਵੀ ਸਭ ਕੁਝ ਛੱਡਣਾ ਚਾਹੁੰਦਾ ਤੂੰ। ਛੱਡਣ ਤੋਂ ਬਾਅਦ ਫਿਰ ਆਪਣੇ ਸਰੀਰ ਦੇ ਉੱਤੇ ਖਾਸ ਕਿਸਮ ਦਾ ਪਹਿਰਾਵਾ ਪਹਿਨਿਆ ਜਾਂਦਾ ਹੈ, ਕੁਝ ਨਿਸ਼ਾਨੀਆਂ, ਕੁਝ ਚਿੰਨ੍ਹ ਧਾਰਨ ਕੀਤੇ ਜਾਂਦੇ ਨੇ। ਤੇ ਫਿਰ ਤੀਸਰੀ ਗੱਲ ਆਉਂਦੀ ਏ, ਪਹਿਲਾ ਤਾਂ ਇਹ ਵੀ ਸਭ ਕੁਝ ਛੱਡ ਦੇਣਾ, ਤਿਆਗ ਦੇਣਾ, ਔਰ ਦੂਸਰਾ ਇਹ ਸੀ ਵੀ ਫਿਰ ਆਪਣੇ ਸਰੀਰ ਦੇ ਉੱਤੇ ਚਿੰਨ੍ਹ ਧਾਰਨ ਕਰ ਲੈਣੇ, ਤੇ ਤੀਸਰਾ ਸੀ ਵੀ ਫਿਰ ਇੱਕ ਜੋਗੀ ਕੋਲੋਂ, ਜੋ ਉਸ ਫਿਰਕੇ ਦਾ ਮਤ ਦਾ ਮੁਖੀ ਹੈ, ਉਹਦੇ ਕੋਲੋਂ ਦੀਖਿਆ ਲੈ ਲੈਣੀ। ਉਹ ਜਦੋਂ ਦੀਖਿਆ ਦੇ ਕੇ ਯੋਗ ਮਤ ਵਿੱਚ ਸ਼ਾਮਲ ਕਰੇਗਾ, ਫਿਰ ਚੌਥਾ ਕੰਮ ਆਰੰਭ ਹੁੰਦਾ ਹੈ ਯੋਗ ਦੀਆਂ ਜੁਗਤਾਂ ਨੂੰ, ਉਹਦਾ ਅਭਿਆਸ ਕਰਨਾ, ਉਹਦੀ ਪ੍ਰੈਕਟਿਸ ਕਰਨੀ, ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ। ਜੋ ਜੋ ਦੱਸਿਆ ਜਾਏਗਾ ਉਸੇ ਢੰਗ ਨਾਲ ਅੱਗੇ ਤੋਂ ਅੱਗੇ ਕੰਮ ਆਰੰਭ ਹੋਵੇਗਾ। ਇੱਕ ਜੋਗੀ ਦੇ 4 ਪੜਾਅ ਸਨ, ਔਰ ਪਹਿਲਾ ਪੜਾਅ ਜਿੱਥੇ ਤਿਆਗ, ਜਿੱਥੇ ਸਬੰਧ ਤੋੜਨ ਦੀ ਗੱਲ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਬੜੇ ਕੀਮਤੀ ਖਿਆਲ ਸਾਡੇ ਨਾਲ ਸਾਂਝੇ ਕੀਤੇ ਨੇ ਵੀ ਅਸੀਂ ਸਬੰਧ ਤੋੜਨਾ। ਯੋਗ ਦਾ ਖਿਆਲ ਸੀ ਵੀ ਸਬੰਧ, ਐਸੇ ਹੀ ਬਹੁਤ ਫਿਰਕੇ ਨੇ ਭਾਰਤ ਦੀ ਧਰਤੀ ਵਿੱਚ ਜਿਨ੍ਹਾਂ ਦਾ ਇਹ ਖਿਆਲ ਸੀ ਕਿ ਅਸੀਂ ਪਰਮ ਅਵਸਥਾ ਤੱਕ ਜਾਂ ਰੱਬ ਤੱਕ ਜਾਂ ਅਕਾਲ ਪੁਰਖ ਤੱਕ ਜਾਂ ਮੁਕਤੀ ਤੱਕ ਨਹੀਂ ਪਹੁੰਚ ਸਕਦੇ ਜਿੰਨਾ ਚਿਰ ਅਸੀਂ ਸੰਸਾਰ ਦੇ ਝਮੇਲਿਆਂ ਤੋਂ ਮੁਕਤ ਨਹੀਂ ਹੋ ਜਾਂਦੇ। ਤੇ ਸੰਸਾਰ ਦੇ ਝਮੇਲੇ ਕੀ ਨੇ? ਆਪਣੇ ਘਰ ਅੰਦਰ ਰਹਿਣਾ, ਆਪਣੇ ਪਰਿਵਾਰ ਨਾਲ ਸਾਂਝ ਰੱਖਣੀ, ਆਪਣੇ ਘਰ ਨੂੰ ਸਵਾਰਨ ਦੇ ਆਰ ਕਰਦੇ ਰਹਿਣਾ, ਰਿਸ਼ਤੇਦਾਰੀਆਂ ਨਾਲ ਮਿਲਣ ਵਰਤਨ ਰੱਖਣਾ, ਲੋਕਾਂ ਨਾਲ ਸਾਂਝ ਬਣਾਈ ਰੱਖਣੀ, ਔਰ ਆਪਣੇ ਪੇਟ ਪਾਲਣ ਲਈ, ਆਪਣੀ ਆਜੀਵਕਾ ਲਈ, ਆਪਣੇ ਰੁਜ਼ਗਾਰ ਲਈ ਕਿਰਤਕਾਰ ਕਰਨੀ। ਇਹ ਸਾਰੇ ਝੰਜਟ ਨੇ। ਜਿੰਨਾ ਚਿਰ ਬੰਦਾ ਇਹਨਾਂ ਉੱਤੇ ਟਾਈਮ ਵੇਸਟ ਕਰਨਾ ਨਹੀਂ ਛੱਡਦਾ, ਇਹਨਾਂ ਸਾਰੇ ਕੰਮਾਂ ਨਾਲੋਂ ਆਪਣਾ ਸੰਬੰਧ ਨਹੀਂ ਤੋੜ ਲੈਂਦਾ, ਉਹਨਾਂ ਚਿਰ ਉਹ ਪਰਮਾਰਥ ਲਈ, ਰੱਬ ਦੇ ਰਾਹ ਵਾਸਤੇ ਕੋਈ ਮਿਹਨਤ ਨਹੀਂ ਕਰ ਸਕਦਾ। ਇਹ ਉਹਨਾਂ ਦਾ ਖਿਆਲ ਸੀ। ਪਰ ਦੂਸਰਾ ਉਹਨਾਂ ਦਾ ਇਹ ਵਿਚਾਰ ਸੀ ਵੀ ਅਸੀਂ ਸੰਸਾਰ ਵਿੱਚ ਰਹਿੰਦੇ ਆਏ ਤੇ ਸਾਨੂੰ ਮੋਹ ਮਾਇਆ ਚੰਬੜਦੀ ਏ, ਪਦਾਰਥ ਇਕੱਠੇ ਕਰਨੇ, ਪਦਾਰਥਾਂ ਦੇ ਚਸਕੇ ਲੈਣੇ, ਭੋਗਣਾ, ਖਾਣਾ, ਪੀਣਾ, ਪਹਿਨਣਾ, ਪਿਆਰ ਮੰਨਣਾ, ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ, ਇਹ ਸਾਰਾ ਕੁਝ ਸਾਨੂੰ ਨਾਸ਼ਵੰਤ ਚੀਜ਼ਾਂ ਦੇ ਜਾਲ ਵਿੱਚ, ਮੋਹ ਵਿੱਚ ਫਸਾ ਦਿੰਦਾ ਹੈ। ਤੇ ਜਿੰਨਾ ਚਿਰ ਅਸੀਂ ਇਸ ਮੋਹ ਵਿੱਚ ਫਸੇ ਰਵਾਂਗੇ, ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਸਾਨੂੰ ਜ਼ਰੂਰੀ ਵੀ ਇਹ ਮੋਹ ਤੋੜੀਏ। ਤੇ ਮੋਹ ਤਾਂ ਟੁੱਟੇਗਾ ਜੇ ਅਸੀਂ ਮੋਹ ਜਿੰਨਾ ਚੀਜ਼ਾਂ ਕਰਕੇ ਪੈਦਾ ਹੁੰਦਾ ਉਹ ਚੀਜ਼ਾਂ ਛੱਡ ਦਈਏ। ਧਿਆਨ ਦੇਣਾ ਫਿਰ ਇਸ ਨੁਕਤੇ ਵੱਲ ਵੀ ਇਹ ਸਾਰਾ ਕੁਝ ਮੋਹ ਹੈ, ਮਾਇਆ ਦਾ ਜੰਜਾਲ ਹੈ। ਇਹ ਮਾਇਆ ਦਾ ਜੰਜਾਲ ਤੇ ਮੋਹ ਮਾਇਆ ਹੀ ਹੈ ਜਿਹੜੀ ਸਾਨੂੰ ਉਸ ਪ੍ਰਮਾਤਮਾ ਦੇ ਨੇੜੇ ਨਹੀਂ ਹੋਣ ਦਿੰਦੀ। ਇਹ ਉਹਨਾਂ ਦਾ ਖਿਆਲ ਸੀ। ਤੇ ਇਹ ਮੋਹ ਮਾਇਆ ਪੈਦਾ ਕਰਨ ਦੇ ਜਿਹੜੇ ਸਾਧਨ ਨੇ, ਜਿਹੜੇ ਵਸੀਲੇ ਨੇ, ਜਾਂ ਜਿਨ੍ਹਾਂ ਕਰਕੇ ਇਹ ਮੋਹ ਮਾਇਆ ਮਨ ਨੂੰ ਲੱਗਦੀ ਏ, ਸਾਨੂੰ ਉਹ ਛੱਡਣੇ ਪੈਣਗੇ। ਤੋਂ ਘਰ ਦੇ ਵਿੱਚ ਰਹਿਣ ਨਾਲ ਮੋਹ ਮਾਇਆ ਚੰਬੜੇਗੀ। ਪਰਿਵਾਰ, ਰਿਸ਼ਤੇਦਾਰੀਆਂ, ਕਿਰਤਕਾਰ, ਰੁਜ਼ਗਾਰ, ਦੌਲਤ, ਖਾਣ ਪੀਣ, ਪਹਿਨਣੇ, ਸਭ ਮੋਹ ਮਾਇਆ ਪੈਦਾ ਕਰਦੇ ਨੇ, ਉਕਸਾਉਂਦੇ ਨੇ ਸਾਡੇ ਅੰਦਰ ਮੋਹ ਪੈਦਾ ਕਰਕੇ, ਮਾਇਆ ਲਾਉਂਦੇ ਨੇ ਮਨ ਨੂੰ, ਸਾਨੂੰ ਝੰਜਟਾਂ ਵਿੱਚ ਫਸਾ ਦਿੰਦੇ ਨੇ। ਤੋਂ ਇਹ ਮਾਇਆ ਦੇ ਜੰਜਾਲ ਤਿਆਗੇ ਬਿਨਾਂ ਅਸੀਂ ਮੋਹ ਤੋਂ ਮੁਕਤ ਨਹੀਂ ਹੋ ਸਕਦੇ, ਤੇ ਮੋਹ ਤੋਂ ਮੁਕਤ ਹੋਏ ਬਿਨਾਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਜੋ ਨਿਚੋੜ ਕੱਢਿਆ ਹੋਇਆ ਸੀ ਵੀ ਤਿਆਗੀ ਹੋ ਜਾਓ। ਤਾਂ ਫਿਰਕੇ ਬਹੁਤ ਨੇ ਸਾਡੇ, ਤਿਆਗੀਆਂ ਦੇ, ਜੋਗੀਆਂ ਦੇ, ਸੰਨਿਆਸੀਆਂ ਦੇ, ਉਦਾਸੀਆਂ ਦੇ, ਸਭ ਕੁਝ ਛੱਡ ਛਡਾ ਕੇ ਬਿਲਕੁਲ ਪਾਸੇ ਹੋ ਜਾਣਾ।
ਇਸ ਗੱਲ ਦੀ ਪ੍ਰਵਾਹ ਤਿਆਗ ਦੇਣੀ ਵੀ ਸਾਡੇ ਘਰ 'ਚ ਕੀ ਹੈ ਕੀ ਨਹੀਂ ਹੋ ਰਿਹਾ, ਕੌਣ ਜਿਉਂਦਾ ਹੈ ਕੌਣ ਮੋਇਆ ਹੈ, ਕਿਹਨੂੰ ਦੁੱਖ ਹੈ ਕਿਹਨੂੰ ਸੁੱਖ ਹੈ, ਕਿਹਨੂੰ ਸਾਡੀ ਲੋੜ ਹੈ ਕਿਹਨੂੰ ਸਾਡੀ ਜ਼ਰੂਰਤ ਹੈ, ਕਿਸੇ ਦੀ ਅਸੀਂ ਮਦਦ ਕਰੀਏ ਜਾਂ ਨਾ ਕਰੀਏ। ਉਹ ਕਹਿੰਦੇ ਸਨ ਜਦੋਂ ਛੱਡ ਹੀ ਆਏ ਤਾਂ ਫਿਰ ਧਿਆਨ ਕਰਨ ਦਾ ਕੀ ਅਰਥ ਹੈ, ਸਭ ਤਿਆਗ ਦਿਓ। ਔਰ ਇਹ ਪ੍ਰਭਾਵ ਇੰਨਾ ਡੂੰਘਾ ਹੋ ਗਿਆ ਲੋਕਾਂ ਦੇ ਮਨ ਉੱਪਰ ਵੀ ਕਈ ਲੋਕ ਚੰਗਾ ਖਾਂਦੇ ਪੀਂਦੇ ਹੱਸਦੇ ਖੇਡਦੇ ਸੁੰਦਰ ਸੋਹਣੇ ਪਰਿਵਾਰ ਵਿੱਚ ਰਹਿੰਦੇ ਆ, ਆਪਣੀ ਕਿਰਤਕਾਰ ਕਰਦੇ ਆ, ਜ਼ਿੰਮੇਵਾਰੀ ਦੇ ਅਹੁਦਿਆਂ ਤੇ ਬੈਠੇ ਕਈ ਰਾਜੇ ਤੱਕ ਵੀ ਜੋਗ ਮਤ ਦੇ ਝੰਜਟ ਵਿੱਚ ਫਸ ਕੇ ਉਹਨਾਂ ਨੇ ਵੀ ਸਭ ਕੁਝ ਇੱਕ ਛਿਨ ਦੇ ਵਿੱਚ ਤਿਆਗ ਦਿੱਤਾ ਔਰ ਕੰਨੀ ਮੁੰਦਰਾ ਪਾ ਕੇ ਜੋਗ ਧਾਰਨ ਕਰ ਲਿਆ। ਜੈਸਾ ਕਿ ਪੁਰਾਣੇ ਸਾਨੂੰ ਵਿਚਾਰਾਂ ਦੇ ਵਿੱਚ ਮਿਲਦਾ ਹੈ, ਗ੍ਰੰਥਾਂ ਵਿੱਚ ਲਿਖਿਆ, ਭਰਥਰੀ ਹਰੀ ਰਾਜੇ ਨੇ ਔਰ ਗੋਪੀ ਚੰਦ ਵਰਗੇ ਰਾਜਿਆਂ ਨੇ ਸਭ ਕੁਝ ਆਪਣੀਆਂ ਜ਼ਿੰਮੇਵਾਰੀਆਂ ਦੇ ਅਹੁਦੇ ਵੀ ਛੱਡ ਕੇ ਬਸ ਜੰਗਲਾਂ ਨੂੰ ਨਿਕਲ ਪਏ, ਜੋਗੀ ਬਣ ਗਏ। ਇਹ ਅਸਰ ਸੀ ਉਸ ਵਿਚਾਰਧਾਰਾ ਦਾ ਜਿਹੜੀ ਵਿਚਾਰਧਾਰਾ ਨੂੰ ਸੰਨਿਆਸੀਆਂ ਉਦਾਸੀਆਂ ਤਿਆਗੀਆਂ ਜੋਗੀਆਂ ਨੇ ਨਿਰੰਤਰ ਪ੍ਰਚਾਰਿਆ। ਉਹਨਾਂ ਦੇ ਕੁਝ ਖਿਆਲ ਸਨ। ਹਾਲਾਂਕਿ ਮੈਂ ਇੱਕ ਬੇਨਤੀ ਆਰੰਭ ਵਿੱਚ ਕਰਦਿਆਂ ਗੁਰਮਤ ਦਾ ਵੀ ਮੰਨਣਾ ਹੈ ਵੀ ਮੋਹ ਤੋਂ ਉੱਪਰ ਉੱਠ ਕੇ ਹੀ ਪਰਮ ਸੱਚ ਨੂੰ ਪਾਇਆ ਜਾ ਸਕਦਾ। ਗੁਰਮਤ ਐਸਾ ਕਹਿੰਦੀ ਹੈ, ਪਰ ਗੁਰਮਤ ਦਾ ਖਿਆਲ ਇਹ ਹੈ ਵੀ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਿ ਤੁਸੀਂ ਘਰ ਨੂੰ ਪਰਿਵਾਰ ਨੂੰ ਰਿਸ਼ਤੇਦਾਰੀਆਂ ਕਿਰਤਕਾਰ ਨੂੰ ਛੱਡ ਕੇ ਮੋਹ ਨਹੀਂ ਛੱਡ ਸਕਦੇ। ਜੇ ਤੁਸੀਂ ਇਹ ਸਾਰਾ ਕੁਝ ਛੱਡ ਕੇ ਪਾਸੇ ਚਲੇ ਗਏ ਤਾਂ ਹੋ ਸਕਦਾ ਉੱਥੇ ਵੱਖਰੀ ਕਿਸਮ ਦਾ ਮੋਹ ਸਾਨੂੰ ਲੱਗ ਜਾਏ, ਕਿਉਂਕਿ ਮੋਹ ਤਾਂ ਇੱਕ ਖਿੱਚ ਹੈ, ਮਾਨਸਿਕ ਤੌਰ ਉੱਤੇ ਇੱਕ ਖਿੱਚ ਬਣੀ ਹੋਈ ਕਿਸੇ ਚੀਜ਼ ਨਾਲ ਮੋਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਵਿਚਾਰ ਸੀ ਵੀ ਕੋਈ ਜ਼ਰੂਰੀ ਨਹੀਂ ਵੀ ਕਿਸੇ ਚੀਜ਼ ਤੋਂ ਅਸੀਂ ਸਰੀਰਕ ਤੌਰ ਤੇ ਦੂਰ ਹੋ ਗਏ ਹਾਂ ਤੇ ਉਹਦਾ ਮੋਹ ਸਾਡੇ ਕੋਲੋਂ ਛੁੱਟ ਗਿਆ ਜਾਂ ਅਸੀਂ ਉਹਦੇ ਨਾਲੋਂ ਉੱਪਰ ਉੱਠ ਗਏ। ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਹੋ ਸਕਦਾ ਹੈ ਤਨ ਕਰਕੇ ਦੂਰ ਹੋ ਜਾਈਏ, ਮਨ ਦੀ ਪਕੜ ਉਵੇਂ ਬਣੀ ਰਵੇ। ਤਾਂ ਪ੍ਰੋਬਲਮ ਜਿਹੜੀ ਉਹ ਤਨ ਕਰਕੇ ਨਹੀਂ ਹੈ, ਪ੍ਰੋਬਲਮ ਸਾਰੀ ਮਨ ਕਰਕੇ ਹੈ। ਮੁਸ਼ਕਿਲ ਜਿਹੜੀ ਪਕੜ ਜਿਹੜੀ ਹੈ ਨਾ ਉਹ ਤਨ ਕਰਕੇ ਨਹੀਂ ਹੁੰਦੀ, ਪਕੜ ਜਿਹੜੀ ਉਹ ਮਨ ਕਰਕੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਹੈ, ਇਸ ਕਰਕੇ ਸਾਨੂੰ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ। ਪਕੜ ਸਾਨੂੰ ਮਾਨਸਿਕ ਤੌਰ ਤੇ ਛੱਡਣੀ ਪਏਗੀ, ਔਰ ਮਾਨਸਿਕ ਤੌਰ ਤੇ ਪਕੜ ਛੱਡਣ ਵਾਸਤੇ ਮਨ ਸਮਝਾਵਨ ਕਾਰਣੇ ਕਛੁਅਕ ਪੜੀਐ ਗਿਆਨ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਸਾਨੂੰ ਆਪਣੇ ਮਨ ਨੂੰ ਸਮਝਾਉਣਾ ਪਏਗਾ, ਮਨ ਦਾ ਅਭਿਆਸ ਕਰਨਾ ਪਏਗਾ। ਇਸ ਕਰਕੇ ਸਰੀਰਕ ਤੌਰ ਦੇ ਉੱਤੇ ਸਾਰਾ ਕੁਝ ਛੱਡ ਛਡਾ ਦੇਣਾ ਇਸ ਮਸਲੇ ਦਾ ਹੱਲ ਨਹੀਂ ਹੈ। ਸਤਿਗੁਰੂ ਨੇ ਸਪਸ਼ਟ ਸ਼ਬਦਾਂ ਵਿੱਚ ਬਾਣੀ ਦੇ ਵਿੱਚ ਆਖਿਆ, ਔਰ ਜੋ ਗੁਰਮਤਿ ਨੇ ਮਾਰਗ ਦੱਸਿਆ ਇਸ ਤਿਆਗ ਦੇ ਮਾਰਗ ਤੋਂ ਵੱਖਰਾ ਮਾਰਗ ਸਤਿਗੁਰੂ ਨੇ ਸਪਸ਼ਟ ਕੀਤਾ ਬਾਣੀ ਦੇ ਅੰਦਰ ਕਿ ਫਿਰ ਤਿਆਗ ਕਿਹੜਾ ਕਰਨਾ ਚਾਹੀਦਾ ਹੈ। ਫਿਰ ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਕੀ ਤੁਸੀਂ ਤਿਆਗ ਨੂੰ ਮਾਨਤਾ ਨਹੀਂ ਦਿੰਦੇ? ਹਜ਼ੂਰ ਕਹਿੰਦੇ ਦਿੰਦੇ ਆ, ਪਰ ਕਿਹੜਾ ਤਿਆਗ? ਸਤਿਗੁਰੂ ਨੇ ਸਪਸ਼ਟ ਕੀਤਾ, ਕਹਿਣ ਲੱਗੇ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ। ਮਨੁੱਖ ਆਪਣੇ ਮਨ ਤੋਂ ਕਾਮ ਤਿਆਗਦਾ ਹੈ, ਭਾਵ ਮਾਨਸਿਕ ਤੌਰ ਤੇ ਕਾਮੀ ਬਿਰਤੀ ਦਾ ਖਹਿੜਾ ਛੱਡ ਦੇਵੇ, ਆਪਣਾ ਕਰੈਕਟਰ ਨੀਵਾਂ ਨਾ ਕਰੇ। ਕ੍ਰੋਧ ਦਾ ਅਰਥ ਹੁੰਦਾ ਹੈ ਆਪਣੇ ਅੰਦਰ ਹਿੰਸਾ ਵਾਲੀ ਭਾਵਨਾ ਨਾ ਲਿਆਵੇ, ਜ਼ੋਰ ਜ਼ੁਲਮ ਵਾਲਾ ਸੁਭਾਅ ਤਿਆਗ ਦੇਵੇ, ਧੱਕੇ ਖੋਰੀ ਵਾਲਾ ਸੁਭਾਅ ਜਿਹੜਾ ਛੱਡ ਦੇਵੇ। ਕਾਮ ਕ੍ਰੋਧ ਲੋਭ, ਲੋਭ ਦਾ ਅਰਥ ਹੁੰਦਾ ਹੈ ਹਵਸ ਰੱਖਣੀ, ਲੁੱਟ ਖਸੁੱਟ ਬੇਈਮਾਨੀ ਧੱਕੇ ਖੋਰੀ, ਇਹ ਚੀਜ਼ਾਂ ਲੋਭ ਕਰਕੇ ਸਤਿਗੁਰੂ ਕਹਿੰਦੇ ਛੱਡ ਦੇਵੇ। ਹੁਣ ਜਿਸ ਦੇ ਅੰਦਰੋਂ ਇਹ ਮਾੜਾ ਵਿਹਾਰ ਖਤਮ ਹੋ ਜਾਏ, ਕਾਮ ਕਰਕੇ ਜਿਹੜਾ ਦੂਸਰੇ ਦੀ ਇੱਜ਼ਤ ਲਈ ਖਤਰਾ ਨਾ ਬਣੇ, ਕਰੈਕਟਰ ਨੀਵਾਂ ਨਾ ਕਰੇ, ਮੰਦਾ ਆਚਰਣ ਨਾ ਧਾਰਨ ਕਰੇ, ਬਦ ਚੱਲਣ ਨਾ ਬਣੇ, ਕ੍ਰੋਧੀ ਹੋ ਕੇ ਜਿਹੜਾ ਧੱਕੇਖੋਰ ਜ਼ਾਲਮ ਔਰ ਅਨਿਆਂ ਨਾ ਕਰੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਲੋਭ ਵਸ ਜਿਹੜਾ ਮਨੁੱਖ ਬੇਈਮਾਨੀ ਲੁੱਟ ਖਸੁੱਟ ਨਾ ਕਰੇ, ਚੋਰੀ ਜਾਰੀ ਡਕੈਤੀ ਨਾ ਕਰੇ, ਸਤਿਗੁਰੂ ਕਹਿੰਦੇ ਨੇ ਜਿਹੜਾ ਇਹ ਮੰਦਾ ਆਚਰਣ ਤਿਆਗ ਦਿੰਦਾ ਹੈ, ਸਮਝੋ ਤਿਆਗੀ ਹੈ। ਭਾਵੇਂ ਉਹ ਪਰਿਵਾਰ ਵਾਲਾ ਵੀ ਹੋਵੇ, ਗ੍ਰਸਥ ਵਿੱਚ ਰਹੇ, ਦੁਨੀਆ ਦੀ ਕਿਰਤਕਾਰ ਕਰੇ, ਉਹ ਸਭ ਤੋਂ ਵੱਡਾ ਤਿਆਗੀ, ਉੱਤਮ ਤਿਆਗੀ ਹੈ। ਤਿਆਗਣਾ ਇਹ ਹੈ, ਸਤਿਗੁਰੂ ਨੇ ਗੁਰਮਤ ਵਿੱਚ ਤਿਆਗ ਇਹਨਾਂ ਚੀਜ਼ਾਂ ਨੂੰ ਮੰਨਿਆ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਨਿਸਭਾਗੋ। ਸਤਿਗੁਰੂ ਨੇ ਸਪਸ਼ਟ ਕੀਤਾ, ਹੈ ਸਤ ਸੰਗਿਓ ਮਨ ਤੋਂ ਅਭਿਮਾਨ ਲਾ ਦਿਓ, ਹਉਮੈ ਛੱਡ ਦਿਓ। ਤੁਸੀਂ ਦੌਲਤਮੰਦ ਹੋ, ਅੰਦਰ ਦੌਲਤ ਦੀ ਹਉਮੈ ਟਿਕਾ ਕੇ ਨਾ ਰੱਖੋ। ਤੁਸੀਂ ਰੂਪਵੰਤ ਹੋ, ਅੰਦਰ ਰੂਪ ਦੀ ਹਉਮੈ ਟਿਕਾ ਕੇ ਨਾ ਰੱਖੋ। ਤੁਸੀਂ ਵਿਦਵਾਨ ਹੋ, ਵਿਦਵਤਾ ਦੀ ਹਉਮੈ ਨਾ ਰੱਖੋ। ਤੁਸੀਂ ਚੰਗਾ ਕੀਤਾ, ਉਹ ਚੰਗੇ ਦੀ ਹਉਮੈ ਨਾ ਪਾਲੋ ਵੀ ਮੈਂ ਬਹੁਤ ਮਹਾਨ ਹਾਂ। ਨਹੀਂ, ਇਹਨੂੰ ਸਮਝੋ ਵੀ ਇਹ ਚੰਗੀ ਗੱਲ ਹੈ ਵੀ ਮੇਰੇ ਕੋਲੋਂ ਇਹ ਨੇਕ ਕਾਰਜ ਹੋਇਆ, ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਵੀ ਮੈਨੂੰ ਉਸ ਨੇ ਇਹ ਦਾਤ, ਇਹ ਬਖਸ਼ਿਸ਼, ਇਹ ਹੁਨਰ, ਇਹ ਕਲਾ ਦਿੱਤੀ ਹੋਈ ਹੈ। ਇਹਦਾ ਅਭਿਮਾਨ ਮਨ ਵਿੱਚ ਨਾ ਪਾਲੋ, ਕਿਉਂਕਿ ਉਹ ਅਭਿਮਾਨ ਸਾਨੂੰ ਦੂਸਰਿਆਂ ਦੇ ਨਾਲੋਂ ਉੱਚਿਆਂ ਕਰਨ ਦੀ ਔਰ ਦੂਸਰੇ ਨੂੰ ਆਪਣੇ ਆਪ ਤੋਂ ਨੀਵਿਆਂ ਸਮਝਣ ਦੀ ਸਾਡੇ ਅੰਦਰ ਬਿਰਤੀ ਪੈਦਾ ਕਰਦਾ ਹੈ। ਤਾਂ ਗੁਰਮਤ ਨੇ ਆਖਿਆ ਕਾਮ ਕ੍ਰੋਧ ਸੰਗਤ ਦੁਰਜਨ ਕੀ। ਕਾਮ ਵਾਲਾ ਜੀਵਨ, ਕ੍ਰੋਧ ਵਾਲਾ ਜੀਵਨ ਐਵੇਂ ਜਿਵੇਂ ਅਸੀਂ ਦੁਸ਼ਮਣਾਂ 'ਚ ਘਿਰ ਜਾਈਏ ਤੇ ਦੁਸ਼ਮਣ ਸਾਡੇ ਉੱਤੇ ਹਮਲਾ ਕਰੇ ਔਰ ਸਾਡਾ ਨਾਸ਼ ਕਰੇ, ਸਾਨੂੰ ਦੁੱਖ ਦੇਵੇ, ਤਸੀਹੇ ਦੇਵੇ। ਕਾਮ ਤੇ ਕ੍ਰੋਧ ਦੀ ਸੰਗਤ ਜਿਹੜੀ ਹੈ ਦੁਸ਼ਮਣਾਂ ਦੀ ਸੰਗਤ, ਤਾਂ ਤੇ ਨਿਸਭਾਗੋ, ਇਸ ਤੋਂ ਬਚ ਕੇ ਰਹੋ। ਇਹ ਤਿਆਗ ਹੈ ਗੁਰਮਤ ਦਾ।
ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਤਿਆਗ ਦਿੱਤਾ ਹੈ ਉਹ ਔਗਣਾਂ ਦਾ ਤਿਆਗ ਹੈ, ਉਹ ਵਿਕਾਰਾਂ ਦਾ ਤਿਆਗ ਹੈ, ਉਹ ਮੰਦੇ ਆਚਰਣ ਦਾ ਤਿਆਗ ਹੈ। ਤੇ ਇਸ ਬਾਹਰਲੀ ਤਿਆਗ ਬਾਰੇ ਸਤਿਗੁਰੂ ਨੇ ਬੜਾ ਸਪਸ਼ਟ ਆਪਣੀ ਬਾਣੀ ਦੇ ਵਿੱਚ ਫਰਮਾਇਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿਚੇ ਗਤ ਪਾਈ। ਗੁਰੂ ਦੀ ਵਡਿਆਈ ਇਹ ਹੈ ਵੀ ਗੁਰੂ ਇਹੋ ਜਿਹਾ ਉਪਦੇਸ਼ ਸਾਨੂੰ ਦਿੰਦਾ ਹੈ ਜਿਹੜਾ ਸਾਡੇ ਅੰਦਰੋਂ ਮਾੜਾ ਆਚਰਣ, ਮਾੜੇ ਖਿਆਲ, ਸਾਡੇ ਔਗਣ, ਸਾਡੇ ਵਿਕਾਰ ਸਾਡੇ ਅੰਦਰੋਂ, ਸਤਿਗੁਰੂ 'ਚ ਇਹ ਵਡਿਆਈ ਹੈ ਨਾ। ਕਰ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਸਤਿਗੁਰੂ ਸਾਡੇ ਅੰਦਰੋਂ ਬੁਰਾਈ ਕੱਢ ਦਿੰਦਾ ਹੈ। ਬੁਰਾਈ ਨਿਕਲ ਗਈ, ਅਸੀਂ ਨੇਕ ਹੋ ਗਏ, ਇਨਸਾਨੀਅਤ ਵਾਲਾ ਸੁਭਾਅ ਪਾਲ ਲਿਆ, ਧਰਮੀ ਬਣ ਗਏ, ਸਚਿਆਰੇ ਹੋ ਗਏ। ਫਿਰ ਘਰ ਵਿੱਚ ਰਹਿੰਦਿਆਂ ਵੀ ਕੋਈ ਖਤਰਾ ਨਹੀਂ ਹੈ, ਕਿਰਤਕਾਰ ਕਰਦਿਆਂ ਵੀ ਕੋਈ ਖਤਰਾ ਨਹੀਂ ਹੈ, ਕਿਉਂਕਿ ਕਿਰਤ ਤਾਂ ਅਸੀਂ ਆਪਣੇ ਸਰੀਰ ਦੇ ਗੁਜ਼ਾਰੇ ਲਈ ਕਰਨੀ ਹੈ। ਹੁਣ ਜੋਗੀ ਕਿਹੜਾ ਸਰੀਰ ਦਾ ਗੁਜ਼ਾਰਾ ਨਹੀਂ ਕਰਦਾ? ਉਹਨੂੰ ਵੀ ਆਪਣਾ ਤਨ ਢੱਕਣ ਵਾਸਤੇ ਰੁੱਖਾਂ ਦੇ ਪੱਤੇ ਭਰੂ ਕੇ ਹੀ ਭਾਵੇਂ ਆਪਣਾ ਤਨ ਨੰਗੇਸ ਢੱਕਣਾ ਪਵੇ, ਉਹ ਢੱਕਦਾ। ਭਗਵੇਂ ਕੱਪੜੇ, ਭਗਵੇਂ ਰੰਗ ਦੇ ਵਸਤਰ ਜਿਹੜੇ ਨੇ, ਭਾਵੇਂ ਉਹ ਇੱਕ ਛੋਟਾ ਜਿਹਾ ਕੱਪੜਾ ਹੀ ਹੋਵੇ, ਜੋਗੀ ਆਪਣਾ ਨੰਗੇਸ ਢੱਕਣ ਲਈ ਤਿਆਗੀ ਵਰਤਦਾ ਹੈ। ਉਹ ਕਿੱਥੋਂ ਆਉਂਦਾ? ਕੋਈ ਕਪਾਹ ਬੀਜਦਾ ਹੈ, ਕੋਈ ਭੇਡਾਂ ਪਾਲਦਾ, ਉਹਦੀ ਉੱਨ ਲਾ ਕੇ ਜਾਂ ਕਪਾਹ ਦਾ ਸੂਤ ਕੱਤ ਕੇ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ, ਉਹ ਗ੍ਰਸਤੀ ਕਿਰਤੀ ਕਰਦਾ ਹੈ ਨਾ ਆਖਰ ਸਾਰਾ ਕੁਝ ਉਹ ਤਿਆਰ। ਤੇ ਉਹ ਗ੍ਰਸਤੀ ਦੇ ਕੋਲੋਂ ਮੰਗ ਕੇ ਉਹ ਤਿਆਗੀ ਆਪਣਾ ਤਨ ਢੱਕਦਾ ਹੈ। ਤਾਂ ਉਸੇ ਕਿਰਤ ਦੇ ਨਾਲ ਹੀ ਤਾਂ ਉਹਦਾ ਤਨ ਢੱਕਿਆ ਜਾ ਰਿਹਾ। ਵੱਖਰੀ ਗੱਲ ਹੈ ਵੀ ਕਿਰਤ ਆਪ ਨਹੀਂ ਕਰਦਾ, ਕਿਰਤ ਕੋਈ ਦੂਸਰਾ ਕਰ ਰਿਹਾ। ਮੰਗ ਪਿੰਨ ਕੇ ਜਦੋਂ ਪੇਟ ਦੇ ਅੰਦਰ ਭੁੱਖ ਸਤਾਉਂਦੀ ਏ ਤੇ ਉਸ ਵੇਲੇ ਗ੍ਰਸਤੀ ਦੇ ਦਰਵਾਜ਼ੇ ਉੱਤੇ ਜਾ ਕੇ ਤਿਆਗੀ ਮੰਗ ਕਰਦਾ ਵੀ ਮੈਨੂੰ ਕੁਝ ਦੇ ਦਿਓ। ਉਹਦੀ ਪੇਟ ਦੀ ਭੁੱਖ ਦੂਰ ਕਰਨ ਵਾਸਤੇ ਸ਼ਰਧਾ ਵਸ, ਦਇਆ ਵਸ, ਪਿਆਰ ਵਸ ਗ੍ਰਸਤੀ ਜਿਹੜਾ ਹੈ ਉਹ ਆਪਣੀ ਮਿਹਨਤ ਵਿੱਚੋਂ, ਕਿਰਤ ਦੀ ਕਮਾਈ ਦੇ ਵਿੱਚੋਂ ਉਹਨੂੰ ਕੁਝ ਨਾ ਕੁਝ ਦੇ ਦਿੰਦਾ। ਤਾਂ ਪੇਟ ਦੀ ਭੁੱਖ ਦੂਰ ਕਰਨ ਵਾਸਤੇ ਵੀ ਗ੍ਰਸਤੀ ਦੇ ਦਰਵਾਜ਼ੇ ਤੇ ਜਾਣਾ ਪਿਆ। ਤਨ ਦਾ ਨੰਗੇਸ ਢੱਕਣ ਵਾਸਤੇ ਗ੍ਰਸਤੀ ਦੇ ਦਰਵਾਜ਼ੇ ਤੇ ਜਾਣਾ ਪਿਆ। ਜੀਵਨ ਦੀਆਂ ਲੋੜਾਂ ਸਰੀਰ ਦੀਆਂ ਪੂਰੀਆਂ ਕਰਨ ਵਾਸਤੇ ਗ੍ਰਸਤੀ ਦੇ ਕੋਲ ਜਾਣਾ ਪਿਆ। ਤਾਂ ਕਿਰਤ ਭਾਵੇਂ ਆਪ ਨਹੀਂ ਕੀਤੀ, ਦੂਸਰੇ ਨੇ ਕਿਰਤ ਕੀਤੀ, ਪਰ ਨਿਰਵਾਹ ਤੇ ਕਿਰਤ ਨਾਲ ਹੀ ਹੋਇਆ ਨਾ। ਤਾਂ ਕਿਰਤ ਕਿਵੇਂ ਮਾੜੀ ਹੋ ਗਈ? ਜਿਹੜੀ ਕਿਰਤ ਗ੍ਰਸਤੀ ਨੂੰ ਪਾਲ ਰਹੀ ਹੈ, ਜਿਹੜੀ ਕਿਰਤ ਤਿਆਗੀ ਨੂੰ ਪਾਲ ਰਹੀ ਹੈ, ਉਹ ਕਿਰਤ ਮਾੜੀ ਕਿਵੇਂ ਹੈ? ਉਹ ਕਿਰਤ ਤਾਂ ਪਵਿੱਤਰ ਹੈ, ਜਿਹੜੀ ਗੁਜ਼ਾਰਾ ਕਰ ਰਹੀ ਹੈ, ਜੀਵਨ ਦਾ ਨਿਰਵਾਹ ਕਰ ਰਹੀ ਹੈ। ਸਤਿਗੁਰੂ ਨੇ ਇੱਥੇ ਆ ਕੇ ਉਹ ਵਿਚਾਰ ਦਿੱਤਾ ਹੈ। ਹਜ਼ੂਰ ਕਹਿਣ ਲੱਗੇ, ਗੁਰੂ ਦੀ ਵਡਿਆਈ ਹੈ, ਗੁਰੂ ਐਸਾ ਉਪਦੇਸ਼ ਦਿੰਦਾ ਹੈ ਕਿ ਮਨੁੱਖ ਨੂੰ ਭਗੌੜਿਆ ਨਹੀਂ ਕਰਦਾ। ਗੁਰੂ ਦਾ ਉਪਦੇਸ਼ ਇਹ ਦੱਸਦਾ ਹੈ ਵੀ ਅਸੀਂ ਘਰ ਪਰਿਵਾਰ ਵਿੱਚ ਰਹਿ ਕੇ ਵੀ, ਦੁਨੀਆ ਨਾਲ ਸਾਂਝ ਭਿਆਲੀ ਰੱਖ ਕੇ ਵੀ, ਕਿਰਤਕਾਰ ਕਰਦਿਆਂ, ਆਪਣਾ ਗੁਜ਼ਾਰਾ ਲੋੜਾਂ ਪੂਰੀਆਂ ਕਰਦਿਆਂ ਵੀ, ਤਨ ਦੀਆਂ ਸਹੂਲਤਾਂ ਤੇ ਸੁੱਖ ਮਾਣਦਿਆਂ ਹੋਇਆਂ ਵੀ, ਅਸੀਂ ਬੁਰਾਈ, ਵਿਕਾਰਾਂ ਤੇ ਔਗਣਾਂ ਦੇ ਬੰਧਨ ਤੋਂ ਕਿਵੇਂ ਮੁਕਤ ਹੋ ਕੇ ਸਚਿਆਰਾ ਜੀਵਨ ਕਿਵੇਂ ਜੀਣਾ ਹੈ। ਖਤਰਾ ਸਾਨੂੰ ਪੁੱਤਰਾਂ ਤੋਂ, ਧੀਆਂ ਤੋਂ, ਔਰਤ ਤੋਂ, ਮਾਂ-ਬਾਪ ਤੋਂ, ਭੈਣ ਭਰਾ ਤੋਂ, ਦੋਸਤ ਮਿੱਤਰ ਰਿਸ਼ਤੇਦਾਰਾਂ ਤੋਂ ਨਹੀਂ ਹੋਵੇਗਾ, ਕਿਉਂਕਿ ਸਾਡੇ ਅੰਦਰ ਮੋਹ ਨਹੀਂ ਰਿਹਾ। ਸਤਿਗੁਰੂ ਆਖਦੇ ਨੇ, ਸਤਿਗੁਰੂ ਕੀ ਐਸੀ ਵਡਿਆਈ ਪੁੱਤਰ ਕਲਤਰ ਵਿਚੇ ਗਤ ਪਾਈ। ਔਰ ਸ਼ਬਦ ਵਰਤਿਆ ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ, ਹੱਸਦਿਆਂ ਵੀ, ਖੇਡਦਿਆਂ ਵੀ, ਹਸੰਦਿਆਂ ਖੇਲੰਦਿਆਂ, ਪਹਿਨਦਿਆਂ ਵੀ, ਤਨ ਢੱਕਦਿਆਂ, ਚੰਗਾ ਪਹਿਨਦਿਆਂ ਹੋਇਆਂ ਵੀ, ਹਸੰਦਿਆਂ ਖੇਲੰਦਿਆਂ, ਪਹਿਨੰਦਿਆਂ, ਖਾਵੰਦਿਆਂ, ਚੰਗਾ ਖਾਂਦਿਆਂ, ਪੇਟ ਪੂਰਤੀ ਵਾਸਤੇ। ਸਤਿਗੁਰੂ ਕਹਿੰਦੇ ਨੇ ਵਿੱਚ ਹੋਵੇ ਮੁਕਤ। ਨਾ ਪਹਿਨਣਾ ਮਾੜਾ, ਨਾ ਖਾਣਾ ਮਾੜਾ, ਨਾ ਹੱਸਣਾ ਮਾੜਾ, ਨਾ ਖੇਡਣਾ ਮਾੜਾ। ਇਹ ਤਾਂ ਜੀਵਨ ਦੀਆਂ ਲੋੜਾਂ ਨੇ। ਮਹਾਰਾਜ ਨੇ ਆਖਿਆ ਬਸ ਫਰਕ ਇਹਨੇ ਵੀ ਜੇ ਸਤਿਗੁਰੂ ਦੀ ਦੱਸੀ ਹੋਈ ਜੁਗਤ ਸਾਡੇ ਕੋਲ ਆ ਜਾਏ ਤਾਂ ਇਹ ਚੰਗਾ ਖਾਂਦਿਆਂ, ਪਹਿਨਦਿਆਂ, ਹੱਸਦਿਆਂ, ਖੇਡਦਿਆਂ, ਸਾਰੇ ਲੋਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਆਪਣੇ ਜੀਵਨ ਨੂੰ ਵਿਕਾਰਾਂ ਤੋਂ, ਔਗਣਾਂ ਤੋਂ, ਮੰਦੇ ਆਚਰਣ ਤੋਂ ਮੁਕਤ ਕਰਨ ਦੀ ਜੁਗਤੀ ਸਿੱਖ ਜਾਵਾਂਗੇ। ਫਿਰ ਅਸੀਂ ਜੀਵਤ ਜੀ ਸਭ ਕੁਝ ਮਾਣਦਿਆਂ ਭੋਗਦਿਆਂ ਵੀ ਮੁਕਤ ਹੋ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਜੋਗੀ ਦੀ ਸਭ ਤੋਂ ਵੱਡੀ ਚਿੰਤਾ ਹੈ, ਤਿਆਗੀ ਦੀ ਸਭ ਤੋਂ ਵੱਡੀ ਚਿੰਤਾ ਮੈਂ ਮੁਕਤ ਕਿਵੇਂ ਹੋਵਾਂ। ਪਰ ਸਤਿਗੁਰੂ ਨੇ ਆਖਿਆ ਜੇ ਗੁਰੂ ਦਾ ਉਪਦੇਸ਼ ਮਿਲ ਜਾਏ ਤੇ ਬੰਦਾ ਸਾਰਾ ਕੁਝ ਜੀਂਦੇ ਜੁਗਤੀ ਸਿੱਖ ਜਾਂਦਾ ਹੈ। ਇਸ ਲਈ ਸ਼ਬਦ ਗੁਰੂਦੇਵ ਨੇ ਬਾਣੀ ਦੇ ਅੰਦਰ ਵਰਤਿਆ। ਹਜ਼ੂਰ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਕਹਿੰਦੇ ਹਨ ਕਾਲਖ ਨੂੰ। ਇੱਥੇ ਕਾਲਖ ਸ਼ਬਦ ਮਾਇਆ ਲਈ ਵਰਤਿਆ, ਜਗਤ ਲਈ। ਸਤਿਗੁਰੂ ਕਹਿੰਦੇ ਇਸ ਸੰਸਾਰ ਜਿਹਨੂੰ ਕਾਲਖ ਆਖਿਆ ਜੋਗੀਆਂ ਨੇ, ਇਸ ਸੰਸਾਰ ਰੂਪੀ ਕਾਲਖ ਵਿੱਚ ਰਹਿੰਦੇ ਨਿਰੰਜਨ ਬੰਦਾ ਆਪਣਾ ਦਾਮਨ ਸੁੱਚਾ ਰੱਖ ਸਕਦਾ, ਪਵਿੱਤਰ ਰੱਖ ਸਕਦਾ। ਵੀ ਜਗਤ ਵਿੱਚ ਰਹਿੰਦਾ ਬੰਦਾ ਲੋਭ ਤੋਂ ਉੱਪਰ ਹੈ, ਜਗਤ ਵਿੱਚ ਰਹਿੰਦਾ ਕ੍ਰੋਧ ਤੋਂ ਉੱਪਰ ਹੈ, ਜਗਤ ਵਿੱਚ ਰਹਿੰਦਾ ਹਉਮੈ ਤੋਂ ਉੱਪਰ ਹੈ। ਸਾਰਾ ਕੁਝ ਮਾਣਦਿਆਂ, ਸਾਰਾ ਕੁਝ ਹੁੰਦਿਆਂ ਵੀ ਤਾਣ ਹੁੰਦਾ ਹੋਏ ਨਿਤਾਣਾ ਬੰਦਾ ਆਪਣੇ ਆਪ ਵਿੱਚ ਸਦਾ ਨਿਮਰਤਾ, ਨੀਵਾ, ਸਿਦਕ, ਸਬਰ ਵਾਲਾ, ਗੁਣਾ ਵਾਲਾ ਜੀਵਨ ਧਾਰਨ ਕਰਕੇ ਰੱਖ ਸਕਦਾ। ਇਹਨੂੰ ਕਹਿੰਦੇ ਨਿਰੰਜਨ ਹੋਣਾ। ਅੰਜਨ ਮਾਹੇ ਨਿਰੰਜਨ ਰਹੀ ਹੈ। ਸਤਿਗੁਰੂ ਨੇ ਕਿਹਾ ਜੋਗ ਜੁਗਤ ਇਮ ਪਾਈ ਹੈ। ਰੱਬੀ ਮਿਲਾਪ ਦੀ ਜੁਗਤ ਇਵੇਂ ਹਾਸਲ ਕੀਤੀ ਜਾ ਸਕਦੀ ਏ। ਇਹ ਢੰਗ, ਇਹ ਰਾਹ ਚੁਣਿਆ ਜਾ ਸਕਦਾ ਹੈ। ਇਹ ਰਸਤਾ ਪੋਸੀਬਲ ਹੈ ਵੀ ਬੰਦਾ ਇਸ ਰਾਹ ਦੇ ਉੱਤੇ ਚੱਲ ਕੇ ਉਸ ਅਕਾਲ ਪੁਰਖ ਨਾਲ ਮਿਲਾਪ ਕਰ ਲਵੇ। ਤੋ ਸਤਿਗੁਰੂ ਸੱਚੇ ਪਾਤਸ਼ਾਹ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਸਾਨੂੰ ਇਹ ਮਾਰਗ ਦ੍ਰਿੜ ਕਰਵਾਉਂਦੀ ਏ ਵੀ ਸਾਨੂੰ ਇਸ ਫੋਕਟ ਦੇ ਬਾਹਰੀ ਵਿਖਾਵੇ ਦੇ ਔਰ ਕਰਮਕਾਂਡੀ ਤੇ ਵਹਿਮਾਂ ਭਰਮਾਂ 'ਚ ਭੁੱਲ ਕੇ ਭਰਮ ਚੱਕਰ ਅਗਿਆਨਤਾ ਵਸ ਸਾਨੂੰ ਇਹ ਬਾਹਰੀ ਤਿਆਗ ਦੀ ਜ਼ਰੂਰਤ ਨਹੀਂ। ਔਰ ਦੂਸਰੀ ਗੱਲ ਜਿਹੜੀ ਸਤਿਗੁਰੂ ਨੇ ਸਾਨੂੰ ਸਮਝਾਈ ਉਹ ਸੀ ਸਾਡੇ ਸਰੀਰ ਦੇ ਉੱਤੇ ਧਾਰਮਿਕ ਚਿੰਨ੍ਹਾਂ ਦੀ ਗੱਲ ਵੀ ਫਿਰ ਤਿਆਗੀ ਵਾਸਤੇ ਕੁਝ ਖਾਸ ਕਿਸਮ ਦੇ ਯੋਗ ਮਤ ਵਿੱਚ ਚਿੰਨ੍ਹ ਧਾਰਨ ਕਰਨੇ ਬੜੇ ਜ਼ਰੂਰੀ ਸਨ। ਉਹ ਚਿੰਨ੍ਹ ਧਾਰਨ ਕਰਕੇ ਉਹਨਾਂ ਦੇ ਕੋਲ ਕੁਝ ਪ੍ਰਤੀਕ ਸਮਝੇ ਜਾਂਦੇ ਸਨ। ਸਤਿਗੁਰੂ ਦੀ ਜਿਸ ਪਾਵਨ ਪੌੜੀ ਦੀ ਆਪਾਂ ਰਲ ਮਿਲ ਕੇ ਵਿਚਾਰ ਕਰ ਰਹੇ ਹਾਂ, ਇਹ ਸਤਿਗੁਰੂ ਦੀ ਉਚਾਰਨ ਕੀਤੀ 28 ਨੰਬਰ ਜਪ ਬਾਣੀ ਦੀ ਪੌੜੀ ਹੈ ਤੇ ਇਸ ਪੌੜੀ ਦੇ ਅੰਦਰ ਸਤਿਗੁਰੂ ਨੇ ਯੋਗ ਮਤ ਨਾਲ ਸੰਬੰਧ ਰੱਖਦੇ ਕੁਝ ਪ੍ਰਤੀਕ ਦਰਸਾਉਣ ਵਾਲੇ ਧਾਰਮਿਕ ਚਿੰਨ੍ਹਾਂ ਦੀ ਗੱਲ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਾਮ ਵਿੱਚ ਕਹਿੰਦੇ ਨੇ, ਮੁੰਦਾਂ ਸੰਤੋਖ ਬਲੌਰ ਦੀਆਂ ਜਾਂ ਕੁਝ ਹੋਰ ਖਾਸ ਕਿਸਮ ਦੀਆਂ ਮੁੰਦਰਾਂ ਜੋਗੀ ਕੰਨਾਂ 'ਚ ਧਾਰਨ ਕਰਿਆ ਕਰਦੇ ਸਨ। ਔਰ ਉਹ ਮੁੰਦਰਾਂ ਕੰਨਾਂ ਦੇ ਵਿੱਚ ਪਾਉਣ ਦਾ ਭਾਵ ਇੱਕ ਤਾਂ ਜੋਗੀ ਹੋਣ ਦੀ ਨਿਸ਼ਾਨੀ ਹੋ ਗਈ ਵੀ ਇਹ ਤਾਂ ਜੋਗੀ, ਇਹਦੇ ਕੰਨਾਂ 'ਚ ਵਿੱਚ ਮੁੰਦਰਾਂ ਪਈਆਂ ਹੋਈਆਂ ਨੇ। ਔਰ ਕੁਝ ਉਹ ਕਹਿੰਦੇ ਸਨ ਵੀ ਇਹ ਸਾਨੂੰ ਯਾਦ ਕਰਵਾਉਣ ਵਾਸਤੇ ਹੈ ਵੀ ਅਸੀਂ ਸਭ ਕੁਝ ਛੱਡ ਦਿੱਤਾ ਔਰ ਅਸੀਂ ਇੱਕ ਯੋਗ ਦਾ ਬੰਧੇਜ ਗ੍ਰਹਿਣ ਕਰ ਲਿਆ, ਯੋਗ ਦਾ ਸੰਜਮ ਧਾਰਨ ਕਰ ਲਿਆ, ਯੋਗ ਦੀ ਮਰਿਆਦਾ 'ਚ ਅਸੀਂ ਬੰਨੇ ਹੋਏ ਹਾਂ। ਇਹ ਸਾਡੇ ਕੰਨ ਖਿੱਚ ਕੇ ਰੱਖੇਗੀ, ਇਹਦੇ ਤੋਂ ਸਾਨੂੰ ਪਤਾ ਲੱਗੇਗਾ ਵੀ ਅਸੀਂ ਯੋਗ ਮਤ ਵਾਲੇ ਪਾਸੇ ਹਾਂ। ਅਸੀਂ ਸੰਸਾਰ ਦੇ ਗ੍ਰਸਤ ਵਿੱਚ ਔਰ ਸੰਸਾਰ ਦੇ ਮੋਹ ਮਾਇਆ ਤੇ ਪਦਾਰਥਾਂ ਦੇ ਜਾਲ ਵਿੱਚ ਨਹੀਂ ਫਸਣਾ, ਅਸੀਂ ਦੁਨੀਆ ਦੇ ਝੰਜਟ ਵਿੱਚ ਉਲਝਣ ਵਿੱਚ ਨਹੀਂ ਪੈਣਾ। ਇਸ ਕਰਕੇ ਇਹਨੂੰ ਇਉਂ ਸਮਝ ਲਓ ਵੀ ਸਾਡੇ ਕੰਨਾਂ ਦੀਆਂ ਮੁੰਦਰਾਂ ਸਾਨੂੰ ਇਹ ਯਾਦ ਕਰਵਾਉਂਦੀਆਂ ਨੇ। ਮੇਰੇ ਗੁਰੂਦੇਵ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ। ਵੈਸੇ ਤੁਹਾਨੂੰ ਯਾਦ ਹੋਏਗਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਿਸ ਵਕਤ ਜਨੇਊ ਬਾਬਤ ਸਤਿਗੁਰੂ ਨੇ ਆਪਣੇ ਵਿਚਾਰ ਜੋ ਦਿੱਤੇ ਨੇ, ਆਸਾ ਕੀ ਵਾਰ ਦੇ ਅੰਦਰ ਸਾਹਿਬ ਜੀ ਦਾ ਸ਼ਲੋਕ ਦਰਜ ਹੈ। ਸਤਿਗੁਰੂ ਨੇ ਉਹਨਾਂ ਗੁਣਾਂ ਨੂੰ ਸਭ ਤੋਂ ਮਹੱਤਤਾ ਵੱਧ ਦਿੱਤੀ ਹੈ ਜਿਹੜੇ ਗੁਣ ਸਾਡੇ ਜੀਵਨ ਨੂੰ, ਸਾਡੇ ਪਰਿਵਾਰ, ਸਾਡੇ ਸਮਾਜ, ਸਾਡੇ ਆਲੇ ਦੁਆਲੇ ਨੂੰ ਸੁੰਦਰ, ਸੋਹਣਾ ਤੇ ਚੰਗਾ ਬਣਾ ਸਕਦੇ ਨੇ। ਸਾਡੀ ਤਰਾਸਦੀ ਇਹ ਨਹੀਂ ਹੈ ਵੀ ਅਸੀਂ ਮੁੰਦਰਾਂ ਨਹੀਂ ਪਾਈਆਂ, ਅਸੀਂ ਇਸ ਕਰਕੇ ਦੁਖੀ ਹਾਂ। ਖਿਮਾ ਕਰਨਾ, ਜੋਗੀ ਤਾਂ ਕਹੇਗਾ ਤੁਸੀਂ ਮੁੰਦਰਾਂ ਨਹੀਂ ਪਾਈਆਂ, ਦੁਨੀਆ ਝੰਜਟ 'ਚ ਫਸੇ ਹੋ, ਮੁੰਦਰਾਂ ਪਾਓ, ਜੋਗੀ ਬਣੋ, ਝੰਜਟ ਤੋਂ ਮੁਕਤ ਹੋ ਜਾਓ। ਗੁਰੂ ਨੇ ਆਖਿਆ ਹੱਲ ਨਹੀਂ ਹੈ। ਜੋਗੀਆਂ 'ਚ ਕਿਹੜਾ ਝੰਜਟ ਨਹੀਂ, ਉੱਥੇ ਵੀ ਤੇ ਨਵਾਂ ਝੰਜਟ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਝੰਜਟ ਇਸ ਕਰਕੇ ਹੈ ਵੀ ਸਾਡੇ ਜੀਵਨ ਅੰਦਰ ਸੰਤੋਖ ਵਾਲਾ ਗੁਣ ਨਹੀਂ ਰਿਹਾ। ਉਲਝਣ ਇਹ ਹੈ, ਇੱਕ ਪਰਿਵਾਰ ਦੇ 4 ਜੀ ਨੇ, ਆਪਸ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਨੇ, ਪਰ ਜਦੋਂ ਪਰਿਵਾਰ ਦੇ 4 ਜੀ ਆਪਸ ਵਿੱਚ ਟੁੱਟ ਜਾਂਦੇ ਨੇ, ਤਿੜਕ ਜਾਂਦੇ ਨੇ ਰਿਸ਼ਤੇ, ਉਹਨਾਂ ਦੇ ਕਿਉਂ ਤਿੜਕਦੇ ਨੇ? ਸ਼ਾਇਦ ਉਹਨਾਂ ਦੇ ਵਿੱਚ ਲੋਭ ਆ ਜਾਂਦਾ ਹੈ। ਇੱਕ ਦੂਜੇ ਦਾ ਹੱਕ ਉਹ ਆਪਣੇ ਅਧੀਨ ਕਰਨਾ ਚਾਹੁੰਦੇ ਨੇ। ਸਮਾਜ ਵਿੱਚ ਸਾਡੀ ਸਭ ਤੋਂ ਵੱਡੀ ਮੁਸ਼ਕਿਲ ਕੀ ਹੈ ਵੀ ਸਾਡੇ ਅੰਦਰ ਸਬਰ ਨਾਮ ਦੀ, ਸੰਤੋਖ ਨਾਮ ਦੀ ਚੀਜ਼, ਅਸੀਂ ਤ੍ਰਿਸ਼ਨਾ ਦੇ ਅਧੀਨ ਹੋਏ ਸਾਰਾ ਕੁਝ ਆਪਣੇ ਕਬਜ਼ੇ 'ਚ, ਕੰਟਰੋਲ 'ਚ ਕਰਕੇ ਰੱਖਣਾ ਚਾਹੁੰਦੇ ਔਰ ਦੂਸਰਿਆਂ ਨੂੰ ਆਪਣੇ ਸਾਹਮਣੇ ਹੱਥ ਅੱਡ ਕੇ ਮੰਗਦਾ ਹੋਇਆ ਵੇਖਣ ਦੀ ਸਾਡੀ ਇੱਛਾ ਬੜੀ ਪ੍ਰਬਲ ਤੇ ਤੇਜ਼ ਹੁੰਦੀ ਹੈ ਔਰ ਅਸੀਂ ਮਾਲਕ ਬਣਨਾ ਚਾਹੁੰਦੇ ਹਾਂ, ਦੂਜੇ ਨੂੰ ਨੀਵਾਂ ਵਿਖਾਉਣਾ ਚਾਹੁੰਦੇ ਹਾਂ। ਕਿੱਡੀ ਵੱਡੀ ਮੁਸ਼ਕਿਲ ਹੈ ਸਮਾਜ ਦੇ ਅੰਦਰ ਮਨੁੱਖ ਦੀ ਹੈ ਔਰ ਮਨੁੱਖ ਦੇ ਅੰਦਰ ਇਹ ਰੋਗ ਹੈ। ਮਨੁੱਖ ਦੇ ਅੰਦਰ ਇਹ ਰੋਗ ਹੈ। ਮਨੁੱਖ ਮਨ ਕਰਕੇ ਸ਼ਾਂਤ ਤਾਂ ਹੀ ਨਹੀਂ। ਧਰਮ ਦੀ ਦੁਨੀਆ ਵੀ ਤੁਸੀਂ ਦੇਖਦੇ ਹੋ, ਮਨੁੱਖ ਮਨ ਦੀ ਸ਼ਾਂਤੀ ਲੱਭਣ ਵਾਸਤੇ ਕੋਈ ਸਮਾਧੀ ਲਾ ਰਿਹਾ ਹੈ, ਕੋਈ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਮਾਲਾ ਦਾ ਆਸਰਾ ਤੱਕਦਾ ਹੈ, ਕੋਈ ਕਿਸੇ ਤਸਵੀਰ ਬੁੱਤ ਦੇ ਉੱਤੇ ਨਜ਼ਰ ਟਿਕਾ ਕੇ ਧਿਆਨ ਲਾਉਣਾ ਚਾਹੁੰਦਾ ਹੈ, ਕੋਈ ਕਿਸੇ ਕੋਨੇ 'ਚ ਬਹਿ ਗਿਆ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ। ਦੁਨੀਆ ਦੇ ਅੰਦਰ, ਧਰਮ ਦੀ ਦੁਨੀਆ ਦੇ ਅੰਦਰ ਜਿਤਨਾ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦਾ ਜ਼ੋਰ ਲੱਗਾ ਹੋਇਆ ਹੈ ਔਰ ਉਹਦੇ ਲਈ ਕਿੰਨੇ ਸਾਧਨ ਪੁਜਾਰੀਆਂ ਨੇ ਕੱਢੇ ਹੋਏ ਨੇ, ਬੰਦਾ ਉਸ ਪਾਸੇ ਲੱਗੇ, ਫਿਰ ਵੀ ਅਸੀਂ ਵੇਖਦੇ ਹਾਂ ਕਿੰਨੀ ਅਸ਼ਾਂਤੀ, ਕਿੰਨੀ ਭਟਕਣਾ, ਕਿੰਨਾ ਬੰਦਾ ਅੰਦਰੋਂ ਦੁਖੀ ਹੈ ਔਰ ਭਟਕਿਆ ਹੋਇਆ। ਸਤਿਗੁਰੂ ਨੇ ਕਿਉਂ ਆਖਿਆ? ਮਹਾਰਾਜ ਦੀ ਪਾਵਨ ਬਾਣੀ ਦਾ ਇੱਕ ਬਚਨ ਪੜ੍ਹੀਏ। ਧੰਨ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਕਹਿੰਦੇ ਬਿਨਾ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੈ ਪ੍ਰਾਪਤ ਹੋਏ। ਸਤਿਗੁਰੂ ਨੇ ਆਖਿਆ ਵੀ ਸਬਰ, ਸੰਤੋਖ ਦੇ ਗੁਣ ਤੋਂ ਬਿਨਾਂ ਬੰਦਾ ਤ੍ਰਿਪਤੀ ਹਾਸਲ ਨਹੀਂ ਕਰ ਸਕਦਾ ਔਰ ਤ੍ਰਿਪਤ ਆਦਮੀ ਹੀ ਸ਼ਾਂਤ ਹੋ ਸਕਦਾ, ਭੁੱਖਾ ਆਦਮੀ ਸ਼ਾਂਤ ਨਹੀਂ ਹੋ ਸਕਦਾ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ, ਕਹਿਣ ਲੱਗੇ ਵੀ ਜੇ ਜਨੇਊ ਹੀ ਪਹਿਨਣਾ ਹੈ ਨਾ ਤਾਂ ਇੱਕ ਕੰਮ ਇਹ ਕਰੋ ਬੜਾ ਜ਼ਰੂਰੀ, ਜਿਹੜਾ ਨਾਲ ਜੀ ਦੇ ਨਿਭਦਾ, ਜਿਹੜਾ ਜੀਵਨ ਨੂੰ ਸੁੱਖ ਦਿੰਦਾ, ਤੁਹਾਨੂੰ ਸਾਨੂੰ ਧਰਮੀ ਬਣਾ ਸਕਦਾ, ਉਹ ਕੀ ਹੈ? ਸਤਿਗੁਰੂ ਨੇ ਉੱਥੇ ਕਿਹਾ ਸੀ, ਦਇਆ ਕਪਾਹ ਸੰਤੋਖ ਸੂਤ। ਸੰਤੋਖ ਦਾ ਸੂਤ ਧਾਰਨ ਕਰੋ। ਜੇ ਇੱਕ ਕਿਸਾਨ ਨੂੰ ਸਤਿਗੁਰੂ ਮਹਾਰਾਜ ਨੇ ਸਮਝਾਇਆ ਤਾਂ ਉੱਥੇ ਵੀ ਸ਼ਬਦ ਇਹ ਵਰਤਿਆ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਉੱਥੇ ਵੀ ਸੰਤੋਖ ਦਾ ਉਪਦੇਸ਼ ਦਿੱਤਾ ਹੈ। ਕਹਿਣ ਤੋਂ ਭਾਵ ਸਤਿਗੁਰੂ ਮਹਾਰਾਜ ਕਿਸੇ ਨਾਲ ਵੀ ਗੱਲ ਕਰ ਰਹੇ ਹੋਣ, ਕਿਰਤਕਾਰ ਕਰਨ ਵਾਲੇ ਜ਼ਿਮੀਂਦਾਰ ਕਿਸਾਨ ਨਾਲ ਗੱਲ ਕਰ ਰਹੇ ਨੇ, ਸਤਿਗੁਰੂ ਜੀ ਇੱਕ ਪੰਡਤ ਨਾਲ ਗੱਲ ਕਰ ਰਹੇ ਨੇ, ਚਾਹੇ ਇੱਕ ਜੋਗੀ ਨਾਲ ਗੱਲ ਕਰ ਰਹੇ ਨੇ, ਸਭਨੀ ਥਾਈਂ ਇੱਕ ਗੱਲ ਸਾਂਝੀ ਹੈ ਵੀ ਸਤਿਗੁਰੂ ਇਹ ਸਮਝਦੇ ਨੇ, ਭਾਵੇਂ ਕੋਈ ਕਿਸਾਨ ਹੈ, ਭਾਵੇਂ ਕੋਈ ਕਿਸ ਤਰ੍ਹਾਂ ਦੇ ਵਿਚਾਰ ਰੱਖਦਾ ਹੈ, ਭਾਵੇਂ ਕੋਈ ਕੈਸੀ ਕਿਰਤ ਕਰਦਾ ਹੈ, ਜੇ ਬੰਦਾ ਸੁਖੀ ਹੋਣਾ ਚਾਹੁੰਦਾ ਹੈ
ਤਾਂ ਉਹਨੂੰ ਆਪਣੇ ਜੀਵਨ ਅੰਦਰ ਸੰਤੋਖ ਵਰਗਾ ਗੁਣ ਜ਼ਰੂਰ ਲਿਆਉਣਾ ਪਏਗਾ। ਸੰਤੋਖ ਦਾ ਅਰਥ ਹੈ ਤ੍ਰਿਸ਼ਨਾ ਤੋਂ ਮੁਕਤ ਹੋ ਜਾਣਾ, ਅੰਦਰ ਦੀ ਭੁੱਖ ਤੋਂ ਮੁਕਤ ਹੋ ਜਾਣਾ, ਮਨ ਦੀ ਲਲਚਾਹਟ ਛੱਡ ਦੇਣੀ, ਲੋਭ ਤੇ ਹਵਸ ਤੋਂ ਉੱਪਰ ਉੱਠ ਕੇ ਜਿੰਨੀ ਆਪਣੀ ਧਰਮ ਦੀ ਕਿਰਤ ਵਿੱਚ ਜੋ ਕੁਝ ਸਾਡੇ ਕੋਲ ਹੈ ਉਸ ਨੂੰ ਵਾਹਿਗੁਰੂ ਅਕਾਲ ਪੁਰਖ ਦੀ ਦਾਤ ਸਮਝ ਕੇ ਉਹਦਾ ਆਨੰਦ ਲੈਣਾ ਤੇ ਸੰਤੁਸ਼ਟੀ ਵਿੱਚ ਕਹਿਣਾ ਜੋ ਹੈ ਇਹ ਸਾਡੀ ਖੁਸ਼ੀ ਲਈ ਸਾਡੇ ਕੋਲ ਬਹੁਤ ਹੈ। ਆਪਣੇ ਮਨ ਨੂੰ ਦੂਸਰੇ ਦੀ ਵਸਤੂ ਵੇਖ ਕੇ ਤਰਸਾਉਣਾ ਨਹੀਂ ਤੇ ਇਸ ਤਰਸੇਵੇਂ ਦੇ ਵਿੱਚ ਆ ਕੇ ਲੁੱਟ ਖਸੁੱਟ, ਬੇਈਮਾਨੀ, ਰਿਸ਼ਵਤਖੋਰੀ, ਧੱਕਾ, ਜ਼ੁਲਮ, ਅਤਿਆਚਾਰ ਔਰ ਇਹ ਸਾਰਾ ਜਿਹੜਾ ਜਿਤਨਾ ਵੀ ਮੰਦਾ ਕਿਰਦਾਰ ਹੈ ਇਸ ਨੂੰ ਧਾਰਨ ਨਹੀਂ ਕਰਨਾ। ਇਹ ਸਬਰ ਵਾਲਾ ਜੀਵਨ ਹੈ। ਜੇ ਮਨੁੱਖ ਦੇ ਜੀਵਨ 'ਚ ਸੰਤੋਖ ਆ ਜਾਏਗਾ, ਕੋਈ ਕਿਸੇ ਦਾ ਗਲਾ ਨਹੀਂ ਕੱਟੇਗਾ, ਆਪਣੇ ਢਿੱਡ ਨੂੰ ਭਰਨ ਵਾਸਤੇ ਦੂਸਰੇ ਨੂੰ ਭੁੱਖਿਆ ਨਹੀਂ ਰੱਖੇਗਾ, ਕੋਈ ਕਿਸੇ ਨਾਲ ਜ਼ਾਲਸਾਜੀ, ਬੇਈਮਾਨੀ, ਠੱਗੀ, ਧੋਖਾ ਨਹੀਂ ਕਰੇਗਾ, ਫਿਰ ਮਨੁੱਖ ਜੋ ਹੈ ਉਹਦੇ 'ਚ ਖੁਸ਼ ਰਹਿਣਾ ਸਿੱਖ ਲਏਗਾ, ਆਨੰਦ ਵਿੱਚ ਜੀਣਾ ਸਿੱਖ ਲਏਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਇਹ ਗੁਣ ਕੀ ਹੈ, ਇਹ ਸੰਤੋਖ ਦਾ ਗੁਣ ਹੈ। ਔਰ ਤੁਸੀਂ ਨਜ਼ਰ ਮਾਰ ਕੇ ਵੇਖੋ, ਮਨੁੱਖ ਦੇ ਜੀਵਨ ਅੰਦਰ ਸਭ ਤੋਂ ਵੱਡੀ ਤਕਲੀਫ ਹੀ ਇਸ ਗੱਲ ਦੀ ਹੈ ਵੀ ਮਨੁੱਖ ਤ੍ਰਿਸ਼ਨਾ, ਲੋਭ, ਲਾਲਚ ਔਰ ਹਵਸ ਦੇ ਅਧੀਨ ਹੈ। ਪਰਾਈ ਵਸਤੂ ਵੱਲ ਵੇਖ ਕੇ ਦਿਨ ਰਾਤ ਤਰਸ ਰਿਹਾ, ਦੁਖੀ ਹੋ ਰਿਹਾ ਔਰ ਇਹੀ ਵਜ੍ਹਾ ਹੈ ਜਦੋਂ ਤਰਸਦਾ ਹੈ, ਜਦੋਂ ਦੁਖੀ ਹੁੰਦਾ ਹੈ, ਜਦੋਂ ਮਨ ਅੰਦਰ ਤਰਸੇਵਾਂ ਲਿਆਉਂਦਾ ਹੈ, ਪਛਤਾਵਾ ਲਿਆਉਂਦਾ ਵੀ ਮੇਰੇ ਕੋਲ ਨਹੀਂ, ਉਦੋਂ ਫਿਰ ਮੰਦਾ ਕਰਨ ਵਾਲੇ ਪਾਸੇ ਬੰਦਾ ਪੈਰ ਪੁੱਟਣਾ ਸ਼ੁਰੂ ਕਰਦਾ ਹੈ, ਆਹਰ ਕਰਦਾ ਹੈ ਮਾੜੇ ਪਾਸੇ ਵੱਲ। ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਨੇ, ਜੇ ਮਨੁੱਖ ਇਸ ਪਾਪ ਦੇ ਰਾਹ ਤੋਂ, ਜੇ ਮਨੁੱਖ ਇਸ ਮਾਨਸਿਕ ਆਤਮਿਕ ਦੁੱਖ ਤਕਲੀਫ ਤੇ ਵਿਕਾਰ ਤੋਂ ਬਚਣਾ ਚਾਹੁੰਦਾ ਹੈ ਤਾਂ ਉਹ ਸੰਤੋਖੀ ਹੋਣਾ ਚਾਹੀਦਾ ਹੈ। ਤਾਂ ਜੋਗੀ ਨੂੰ ਸਤਿਗੁਰੂ ਕਹਿੰਦੇ, ਕੰਨਾਂ ਦੇ ਵਿੱਚ ਪਈਆਂ ਹੋਈਆਂ ਮੁੰਦਰਾਂ ਜੀਵਨ ਨੂੰ ਸੇਧ ਤੇ ਤਸੱਲੀ ਨਹੀਂ ਦੇ ਸਕਦੀਆਂ, ਇਹ ਜੀਵਨ ਦਾ ਭਲਾ ਨਹੀਂ ਕਰ ਸਕਦੀਆਂ, ਜੀਵਨ ਦੀ ਸਭ ਤੋਂ ਵੱਡੀ ਤਕਲੀਫ ਨੂੰ ਨਿਵਾਰ ਨਹੀਂ ਸਕਦੀਆਂ। ਹਾਂ, ਲੋਭ ਲਾਲਚ ਤੋਂ ਬਚਣਾ ਹੈ ਨਾ, ਤੁਸੀਂ ਲੋਭ ਲਾਲਚ ਤੋਂ ਬਚਣ ਵਾਸਤੇ ਵੀ ਪਦਾਰਥ ਲੋਭ ਪੈਦਾ ਕਰਦੇ, ਹਵਸ ਪੈਦਾ ਕਰਦੇ ਨੇ, ਇਸ ਕਰਕੇ ਇਹਨੂੰ ਛੱਡ ਦਿਓ ਤੇ ਤਿਆਗੀ ਹੋ ਜਾਓ। ਸਤਿਗੁਰੂ ਨੇ ਆਖਿਆ ਸਭ ਤੋਂ ਸੌਖਾ ਢੰਗ ਇਹ ਹੈ ਵੀ ਬੰਦਾ ਗ੍ਰਸਥ ਵਿੱਚ ਰਹਿੰਦਿਆਂ ਵੀ ਲੋਭ ਦਾ, ਹਵਸ ਦਾ ਔਰ ਆਪਣੇ ਅੰਦਰ ਨੂੰ ਤ੍ਰਿਸ਼ਨਾ ਦਾ ਤਿਆਗ ਕਰੇ, ਲੁੱਟ ਖਸੁੱਟ, ਬੇਈਮਾਨੀ, ਧੱਕਾ ਨਾ ਕਰੇ, ਪਰਾਈ ਵਸਤੂ ਨੂੰ ਹੱਥ ਨਾ ਲਾਏ ਔਰ ਐਸਾ ਕਰਦਿਆਂ ਹੋਇਆਂ ਬੰਦਾ ਸੰਤੋਖ ਦੇ ਗੁਣਾਂ ਦਾ ਧਾਰਨੀ ਹੋ ਜਾਏ। ਸਤਿਗੁਰੂ ਨੇ ਆਖਿਆ ਕੰਨਾਂ ਦੇ ਵਿੱਚ ਪਈਆਂ ਹੋਈਆਂ ਮੁੰਦਰਾਂ ਜੀਵਨ ਨੂੰ ਤਸੱਲੀ ਨਹੀਂ ਦੇ ਸਕਦੀਆਂ। ਹਾਂ, ਜੇ ਸੰਤੋਖ ਦਾ ਗੁਣ ਜੀਵਨ ਵਿੱਚ ਧਾਰਨ ਕਰ ਲਿਆ ਜਾਏ ਤਾਂ ਸਮਝ ਲੈਣਾ ਜੀਵਨ ਦੇ ਅੰਦਰ ਬਹੁਤ ਵੱਡੀ ਕ੍ਰਾਂਤੀ ਆ ਸਕਦੀ ਹੈ। ਜੀਵਨ ਖੁਸ਼ੀ ਨਾਲ ਬਤੀਤ ਕੀਤਾ ਜਾ ਸਕਦਾ ਹੈ, ਆਨੰਦ ਨਾਲ ਬਤੀਤ ਕੀਤਾ ਜਾ ਸਕਦਾ ਹੈ, ਬਿਨਾਂ ਪਾਪ, ਬਿਨਾਂ ਅਤਿਆਚਾਰ ਤੋਂ, ਬਿਨਾਂ ਲੁੱਟ ਖਸੁੱਟ ਤੋਂ, ਬਿਨਾਂ ਧੱਕੇ ਤੋਂ, ਬਿਨਾਂ ਜ਼ਾਲਸਾਜੀਆਂ ਤੋਂ, ਬਿਨਾਂ ਬੇਈਮਾਨੀਆਂ ਤੋਂ, ਨਾ ਕਿਸੇ ਦਾ ਬੁਰਾ ਕਰਨਾ ਹੈ ਨਾ ਬੁਰਾ ਹੋਣ ਦੇਣਾ। ਐਸਾ ਵਿਹਾਰ ਰੱਖਦੇ ਹੋਇਆਂ ਮਨੁੱਖ ਸੰਤੋਖ ਦੇ ਗੁਣ ਦਾ ਧਾਰਨੀ ਹੋ ਕੇ ਸੁਖੀ ਔਰ ਆਤਮਿਕ ਉੱਨਤੀ ਵਾਲਾ ਜੀਵਨ ਜੀ ਸਕਦਾ। ਕੰਨਾਂ ਦੀਆਂ ਮੁੰਦਰਾਂ ਮਨੁੱਖ ਨੂੰ ਆਤਮਿਕ ਉੱਨਤੀ ਵੱਲ ਨਹੀਂ ਲਿਜਾ ਸਕਦੀਆਂ, ਕੂੜ ਦੇ ਜੀਵਨ ਤੋਂ ਖਲਾਸੀ ਨਹੀਂ ਪਵਾ ਸਕਦੀਆਂ, ਪਰ ਹਾਂ ਜੇ ਸੰਤੋਖ ਦਾ ਗੁਣ ਆ ਜਾਏ ਤੇ ਮਨੁੱਖ ਆਤਮਿਕ ਤੌਰ ਤੇ ਉੱਨਤੀ ਪ੍ਰਾਪਤ ਕਰ ਸਕਦਾ ਹੈ, ਵਿਕਾਸਸ਼ੀਲ ਹੋ ਸਕਦਾ ਹੈ ਔਰ ਮਨੁੱਖ ਦੀ ਸੁਰਤ ਉੱਚੀ ਹੋ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਦੂਸਰਾ ਜ਼ਿਕਰ ਕੀਤਾ ਸ਼ਰਮ ਪੱਤ ਝੋਲੀ। ਜੋਗੀ ਆਪਣੇ ਕੋਲ ਪੱਤਰ ਰੱਖਦੇ ਸਨ। ਪੱਤਰ ਦਾ ਅਰਥ ਹੁੰਦਾ ਹੈ ਵੀ ਭਿੱਖਿਆ ਮੰਗਣ ਵਾਸਤੇ ਇੱਕ ਪੱਤਰ, ਇੱਕ ਖੱਪਰ ਆਪਣੇ ਕੋਲ ਰੱਖਣਾ। ਜਿਸ ਵੀ ਦਰਵਾਜ਼ੇ ਤੇ ਜਾਣਾ ਅਲੱਖ ਨਿਰੰਜਨ ਕਹਿਣਾ, ਘਰ ਦਾ ਕੋਈ ਬਾਹਰ ਆਉਂਦਾ ਹੈ ਜੀ ਔਰ ਕੁਝ ਨਾ ਕੁਝ ਖਾਣ ਵਾਸਤੇ ਉਹ ਖੱਪਰ ਵਿੱਚ ਪਾ ਦਿੰਦਾ ਹੈ, ਉਹ ਜਿੰਨਾ ਲੋੜ ਹੁੰਦੀ ਉਹਦੇ ਵਿੱਚੋਂ ਛਕ ਲਿਆ ਜਾਂਦਾ। ਕੋਲ ਮੋਢੇ ਦੇ ਉੱਤੇ ਇੱਕ ਝੋਲੀ ਪਾਈ ਜਾਂਦੀ ਸੀ ਔਰ ਝੋਲੀ ਦੇ ਵਿੱਚ ਮੋਢੇ ਦੇ ਉੱਤੇ ਪਾਈ ਹੋਈ ਬਗਲੀ ਦੇ ਵਿੱਚ, ਝੋਲੀ ਦੇ ਵਿੱਚ ਜਿਹੜੀ ਬਗਲ ਵਿੱਚ ਮੋਢੇ ਦੇ ਉੱਤੇ ਟੰਗੀ ਜਾਂਦੀ, ਉਹਦੇ ਵਿੱਚ ਫਿਰ ਵਾਧੂ ਘਾਟੂ ਆਪਣੀ ਲੋੜ ਵਾਲੀ ਚੀਜ਼ ਜਿਹੜੀ ਉਹਦੇ ਵਿੱਚ ਰੱਖ ਲਈ ਜਾਂਦੀ। ਉਹ ਬਗਲੀ ਇੱਕ ਤਰ੍ਹਾਂ ਦਾ ਉਹਨਾਂ ਦਾ ਸਮਾਨ ਰੱਖਣ ਦਾ ਥੈਲਾ ਹੁੰਦੀ ਸੀ। ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਦੋ ਸ਼ਬਦ ਵਰਤੇ ਨੇ, ਪੱਤ ਤੇ ਝੋਲੀ, ਭਿਕਸ਼ਾ ਮੰਗਣ ਵਾਲਾ ਪੱਤਰ। ਹੁਣ ਦੇਖੋ ਨਾ, ਇੱਕ ਪਾਸੇ ਤਿਆਗੀ ਇਹ ਗੱਲ ਕਹਿੰਦਾ ਹੈ ਵੀ ਅਸੀਂ ਕਿਰਤ ਨੂੰ ਛੱਡ ਦਿੱਤਾ, ਕਿਰਤ ਲੋਭ ਪੈਦਾ ਕਰਦੀ ਹੈ, ਕਿਰਤ ਸਾਨੂੰ ਮੋਹ ਚ ਉਲਝਾਉਂਦੀ ਏ, ਮਾਇਆ ਦੇ ਜੰਜਾਲ ਚ ਫਸਾਉਂਦੀ ਏ, ਪਰ ਆਖਰ ਜਦੋਂ ਪੇਟ ਨੂੰ ਭੁੱਖ ਲੱਗਦੀ ਏ, ਤਨ ਦਾ ਨੰਗੇਸ ਢੱਕਣ ਦੀ ਲੋੜ ਪੈਂਦੀ ਏ ਤੇ ਜਾਣਾ ਤਾਂ ਕਿਰਤੀਆਂ ਦੇ ਦਰਵਾਜ਼ੇ ਉੱਤੇ ਹੀ ਪੈਂਦਾ ਹੈ ਨਾ। ਗ੍ਰਸਤੀ ਇੱਕ ਪਾਸੇ ਆਪਣਾ ਟੱਬਰ ਪਾਲਦਾ, ਪਰਿਵਾਰ ਪਾਲਦਾ, ਆਏ ਗਏ ਅਭਿਆਗਤ ਦੀ ਸੇਵਾ ਵੀ ਕਰਦਾ, ਲੋੜਵੰਦ ਦੀ ਸਹਾਇਤਾ ਵੀ ਕਰਦਾ। ਔਰ ਤਿਆਗੀ ਲੋਕ ਜਿਹੜੇ ਦਿਨ ਰਾਤ ਗ੍ਰਸਤੀ ਨੂੰ ਮਾਇਆ ਦਾ ਕੀੜਾ ਕਹਿ ਕੇ ਭੰਡਦੇ ਨੇ, ਕਿਰਤ ਨੂੰ ਨਿੰਦਦੇ ਨੇ, ਜਦੋਂ ਐਸੇ ਬੰਦੇ ਵੀ ਉਸ ਗ੍ਰਸਤੀ ਦੇ ਦਰਵਾਜ਼ੇ ਤੇ ਚਲੇ ਜਾਂਦੇ ਨੇ, ਉਹ ਵੀ ਤਰਸ ਕਰਕੇ ਵੀ ਚਲੋ ਹੁਣ ਆਏ ਨੇ, ਖਾਲੀ ਕਿਉਂ ਮੋੜਨਾ, ਉਹ ਵੀ ਕੁਝ ਨਾ ਕੁਝ ਖਾਣ ਪੀਣ ਲਈ ਜਾਂ ਪਹਿਨਣ ਵਾਸਤੇ ਉਹਨਾਂ ਨੂੰ ਕੁਝ ਨਾ ਕੁਝ ਆਪਣੇ ਹੱਥੀਂ ਦੇ ਹੀ ਦਿੰਦਾ, ਭਾਵੇਂ ਸ਼ਰਧਾ ਵਸਦਾ ਹੈ ਜਾਂ ਦਇਆ ਵਸਦਾ ਹੈ। ਤੋ ਗੁਰੂ ਨੇ ਇੱਥੇ ਗੱਲ ਆਖੀ ਹੈ ਵੀ ਪਾਲਣ ਪੋਸ਼ਣ ਸਾਡਾ ਕਿਰਤ ਨਾਲ ਹੀ ਹੋ ਰਿਹਾ, ਤੂੰ ਕਿਰਤ ਨੂੰ ਮਾੜਾ ਕਿਉਂ, ਕਿਰਤ ਜੰਜਾਲ ਕਿਉਂ ਹੋ ਗਈ, ਕਿਰਤ ਜਿਹੜੀ ਹੈ ਉਹ ਸਾਨੂੰ ਮਾੜੇ ਪਾਸੇ ਕਿਉਂ ਖੜਦੀ ਹੈ। ਕਾਰਨ ਹੈ ਕਿਰਤ ਦਾ ਦੋਸ਼ ਨਹੀਂ, ਇਹ ਦੋਸ਼ ਸਾਡੇ ਮਾਨਸਿਕ ਖਰਾਬੀ ਦਾ ਹੈ। ਜੇ ਅਸੀਂ ਆਪਣੀ ਧਰਮ ਦੀ ਕਿਰਤ ਕਰਦਿਆਂ ਹੋਇਆਂ
ਜਿਸ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ, ਘਾੜ ਖਾਏ, ਮਿਹਨਤ ਕਰੇ, ਧਰਮ ਦੀ ਕਿਰਤ ਕਰੇ, ਇਮਾਨਦਾਰੀ ਨਾਲ ਕਿਰਤ ਕਰੇ। ਆਪਣੀ ਮਿਹਨਤ, ਆਪਣੀ ਕਿਰਤ ਦੇ ਨਾਲ ਮਨੁੱਖ ਆਪਣਾ ਗੁਜ਼ਾਰਾ ਕਰੇ, ਖਾਏ ਦਾ ਅਰਥ ਹੈ ਗੁਜ਼ਾਰਾ ਕਰੇ। ਤੇ ਜੇ ਸਾਨੂੰ ਦਿਸੇ ਵੀ ਕਿਸੇ ਨੂੰ ਲੋੜ ਹੈ, ਉਹ ਸਾਡੇ ਤੋਂ ਪਛੜ ਗਿਆ ਹੈ, ਉਹਦੀ ਲੋੜ ਪੂਰੀ ਨਹੀਂ ਹੋ ਰਹੀ, ਤੇ ਜਿੰਨਾ ਸਾਡੇ ਕੋਲ ਸਰਦਾ ਬਣਦਾ ਹੈ ਉਹਦੇ ਵਿੱਚੋਂ ਅਸੀਂ ਦੂਸਰੇ ਦੀ ਮਦਦ ਕਰ ਦਿੱਤੀ, ਜਿਹਨੂੰ ਸਤਿਗੁਰੂ ਨੇ ਕਿਹਾ ਕਿਛ ਹੱਥੋਂ ਦੇ, ਵੀ ਲੋੜਵੰਦ ਦੀ ਸਹਾਇਤਾ ਕਰ ਦਿੱਤੀ। ਲੋੜਵੰਦ ਹੈ, ਦੁਖਿਆਰਾ ਹੈ, ਪਛੜ ਗਿਆ ਹੈ, ਕਿਸੇ ਕਾਰਨ ਉਹਨੂੰ ਲੋੜ ਹੈ, ਉਹਦੀ ਲੋੜ ਉਹ ਪੂਰੀ ਕਰ ਦਿੱਤੀ। ਰਲ ਮਿਲ ਕੇ ਇੱਕ ਦੂਜੇ ਦਾ ਜੀਵਨ ਦੇ ਵਿੱਚ ਸਾਥ ਵਟਾਉਣਾ ਇਹਨੂੰ ਕਹਿੰਦੇ ਆ, ਮਦਦ ਕਰਨੀ, ਮਦਦਗਾਰ ਹੋਣਾ। ਸਤਿਗੁਰੂ ਨੇ ਕਿਹਾ ਜਿਹੜਾ ਐਵੇਂ ਧਰਮ ਕਿਰਤ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਲੋੜਵੰਦ ਦੀ ਮਦਦ ਵੀ ਨਾਲ ਨਾਲ ਕਰਦਾ ਰਹਿੰਦਾ, ਇੱਕ ਦੂਜੇ ਦੀ ਸਹਾਇਤਾ ਨਾਲ ਜਿਹੜੇ ਭਾਈਚਾਰਕ ਪ੍ਰੇਮ ਭਾਵ ਨਾਲ ਜੀਵਨ ਜਿਉਂਦੇ ਨੇ, ਸਤਿਗੁਰੂ ਨੇ ਆਖਿਆ ਨਾਨਕ ਰਾਹ ਪਛਾਣੈ। ਸਮਝੋ ਉਹਨਾਂ ਨੇ ਅਸਲ ਧਰਮ ਦਾ ਮਾਰਗ ਸਮਝਿਆ, ਉਹਨਾਂ ਨੇ ਜ਼ਿੰਦਗੀ ਦਾ ਅਸਲ ਤੱਤ ਸਮਝਿਆ, ਉਹਨਾਂ ਨੇ ਸਚਿਆਰੇ ਜੀਵਨ ਦਾ ਅਸਲ ਮਾਰਗ ਦ੍ਰਿੜ ਕਰ ਲਿਆ ਵੀ ਆਹ ਹੈ ਜੁਗਤ ਜੀਵਨ ਜਿਉਣ ਦੀ। ਇਸ ਕਰਕੇ ਉਹਨਾਂ ਨੂੰ ਹਦਾਇਤ ਵੀ ਕੀਤੀ ਹੈ ਵੀ ਦੇਖਣਾ ਕਿਤੇ ਜੀਵਨ ਵਿੱਚ ਕਿਰਤਕਾਰ ਕਰਦੇ ਆ, ਆਪਣੀਆਂ ਲੋੜਾਂ ਦੀ ਖਾਤਰ ਕਿਸੇ ਦੂਜੇ ਦਾ ਹੱਕ ਨਹੀਂ ਮਾਰਨਾ। ਅੱਜ ਮਨੁੱਖ ਦੀ ਸਭ ਤੋਂ ਵੱਡੀ ਵਿਡੰਬਣਾ ਹੈ, ਮੈਂ ਹੀ ਸਭ ਤੋਂ ਚੰਗਾ ਪਹਿਨਾ, ਮੈਂ ਸਭ ਤੋਂ ਚੰਗਾ ਖਾਵਾਂ, ਮੇਰੇ ਕੋਲ ਸਭ ਤੋਂ ਵੱਧ ਹੋਵੇ। ਇਸ ਦੌੜ ਦੇ ਵਿੱਚ ਬੰਦਾ ਪਰਾਇਆ ਹੱਕ ਮਾਰਨ, ਬੇਈਮਾਨੀ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਪਰ ਗੁਰੂ ਨੇ ਗ੍ਰਸਤੀ ਨੂੰ ਇਹ ਵੀ ਗੱਲ ਸਮਝਾਈ, ਬਾਣੀ ਦੇ ਵਿੱਚ ਆਖਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਗੱਲੀ ਭਿਸਤ ਨਾ ਜਾਈਏ ਛੁੱਟੈ ਸੱਚ ਕਮਾਏ, ਮਾਰਨ ਪਾਏ ਹਰਾਮ ਹੈ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਹੱਕ ਨਹੀਂ ਮਾਰਨਾ, ਪਰਾਇਆ ਹੱਕ, ਪਰਾਈ ਵਸਤੂ, ਪਰਾਈ ਚੀਜ਼, ਇਹਨੂੰ ਹਰਾਮ ਸਮਝਣਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਕੰਡੀਸ਼ਨ ਨਾਲ ਲਾਈ ਗ੍ਰਸਤੀ ਵਾਸਤੇ, ਐਸਾ ਨਹੀਂ ਵੀ ਉਹਨੂੰ ਖੁੱਲ੍ਹ ਦਿੱਤੀ ਹੈ ਵੀ ਉਹ ਜੋ ਮਰਜ਼ੀ ਕਰੇ, ਨਹੀਂ। ਸਤਿਗੁਰੂ ਨੇ ਆਖਿਆ ਨਹੀਂ, ਉਹਨੇ ਔਗਣਾ ਤੋਂ, ਮੰਦੇ ਆਚਰਣ ਤੋਂ ਬਚ ਕੇ ਰਹਿਣਾ। ਤੇ ਮੰਦੇ ਆਚਰਣ ਵਿੱਚ ਇਹ ਵੀ ਗੱਲ ਆਉਂਦੀ ਹੈ ਪਰਾਇਆ ਹੱਕ ਮਾਰਨਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਇਹ ਜੁਗਤ ਸਾਨੂੰ ਸਮਝਾ ਦਿੱਤੀ, ਆਖਿਆ ਹੁਣ ਇਹ ਤਰੀਕਾ ਹੈ ਜੀਵਨ ਜਿਉਣ ਦਾ। ਤੋ ਜਿਹੜੇ ਦਿਨ ਰਾਤ ਗ੍ਰਸਤੀ ਨੂੰ, ਕਿਰਤੀ ਨੂੰ ਤੇ ਕਿਰਤ ਨੂੰ ਜੰਜਾਲ, ਮਾਇਆ ਦਾ ਕੀੜਾ ਤੇ ਵਾਧੂ ਤੇ ਵਿਅਰਥ ਸਮਝ ਕੇ ਭੰਡਦੇ ਨੇ, ਜਦੋਂ ਉਹਨਾਂ ਦੀਆਂ ਲੋੜਾਂ ਦੀ ਗੱਲ ਆਉਂਦੀ ਹੈ ਤੇ ਉਹ ਵੀ ਗ੍ਰਸਤੀ ਦੇ ਦਰਵਾਜ਼ੇ ਤੇ ਜਾ ਕੇ ਲੱਖ ਨਿਰੰਜਨ ਕਰਦੇ ਨੇ। ਫਿਰ ਪੱਤਰ ਅੱਗੇ ਅੱਡਦੇ ਨੇ, ਉਸ ਪੱਤਰ ਭਿਕਸ਼ਾ ਪੱਤਰ ਦੇ ਵਿੱਚ ਭਿਖਿਆ ਪੈਂਦੀ ਹੈ, ਖਾਣ ਪੀਣ ਵਾਲੀ ਵਸਤੂ, ਉਹਦੇ ਨਾਲ ਢਿੱਡ ਭਰਿਆ ਜਾਂਦਾ ਹੈ। ਜਾਂ ਉਹ ਨਾ ਵੀ ਆਉਣ ਤਾਂ ਰੁੱਖਾਂ ਦੇ ਪੱਤੇ, ਆਖਿਰ ਪੇਟ ਦੀ ਭੁੱਖ ਨੂੰ ਦੂਰ ਕਰਨ ਦਾ ਕੋਈ ਸਾਧਨ ਤੇ ਚਾਹੀਦਾ ਹੀ ਚਾਹੀਦਾ ਹੈ ਨਾ। ਤਾਂ ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਮੈਂ ਇਸ ਗੱਲ ਨੂੰ ਉਚਿਤ ਨਹੀਂ ਸਮਝਦਾ ਵੀ ਬੰਦਾ ਹੱਥ ਵਿੱਚ ਭਿਖਿਆ ਪੱਤਰ ਫੜੇ ਤੇ ਦਰਵਾਜ਼ੇ ਉੱਤੇ ਜਾ ਕੇ ਰੱਬ ਦੇ ਤੇ ਜੋਗ ਦੇ ਤੇ ਤਿਆਗ ਦੇ ਨਾਂ ਦੇ ਉੱਤੇ ਮੰਗਣਾ ਸ਼ੁਰੂ ਕਰ ਦੇਵੇ। ਮੈਂ ਇਸ ਨੂੰ ਯੋਗ ਨਹੀਂ ਸਮਝਦਾ ਵੀ ਮੋਢੇ ਉੱਤੇ ਝੋਲੀ ਪਾ ਕੇ ਮਨੁੱਖ ਮੰਗ ਕੇ ਉਹਨੂੰ ਭਰਨ ਦੀ ਕੋਸ਼ਿਸ਼ ਵਿੱਚ ਹੀ ਲੱਗਾ ਰਹੇ। ਮੈਂ ਸਮਝਦਾ ਇਹਦੇ ਨਾਲੋਂ ਉੱਤਮ ਮਾਰਗ ਹੈ ਮਨੁੱਖ ਮਿਹਨਤੀ ਹੋਵੇ, ਮਸ਼ੱਕਤ ਵਾਲਾ ਹੋਵੇ। ਤੋ ਜਿਵੇਂ ਸਤਿਗੁਰੂ ਨੇ ਆਖਿਆ ਸੀ ਨਾ ਵੀ ਸੰਤੋਖ ਨੂੰ ਹੀ ਮੁੰਦਰਾ ਨਹੀਂ, ਸੰਤੋਖ ਨੂੰ ਹੀ ਮੁੰਦਰਾ ਬਣਾ ਲੈ ਜੇ ਤੂੰ ਆਤਮਕ ਉન્નਤੀ ਕਰਨਾ ਚਾਹੁੰਦਾ, ਸਚਿਆਰਾ ਹੋਣਾ ਚਾਹੁੰਦਾ। ਇਸੇ ਤਰ੍ਹਾਂ ਸਤਿਗੁਰੂ ਨੇ ਆਖਿਆ ਤੈਨੂੰ ਇਹ ਹੱਥ 'ਚ ਠੂਠਾ ਫੜ ਕੇ ਮੰਗਣ ਦੀ ਲੋੜ ਨਹੀਂ, ਮੋਢੇ ਤੇ ਬਗਲੀ ਪਾ ਕੇ, ਮੋਢੇ ਤੇ ਝੋਲੀ ਪਾ ਕੇ ਦਰ ਉਤੇ ਇਹਨੂੰ ਭਰਨ ਵਾਸਤੇ ਭੀਖ ਮੰਗਣ ਦੀ ਜ਼ਰੂਰਤ ਨਹੀਂ। ਤੂੰ ਮਿਹਨਤ ਨੂੰ ਹੀ ਖੱਪਰ ਬਣਾ, ਮਿਹਨਤ ਨੂੰ ਹੀ ਝੋਲੀ ਬਣਾ, ਭਾਵ ਆਪਣੀ ਧਰਮ ਦੀ ਕਿਰਤ ਕਰ, ਸ਼ਰਮ ਪਤ ਝੋਲੀ, ਧਰਮ ਦੀ ਕਿਰਤ ਕਰ, ਮਿਹਨਤੀ ਬਣ, ਆਪਣਾ ਗੁਜ਼ਾਰਾ ਕਰਨ ਵਾਸਤੇ ਕੋਈ ਆਹਰ ਕਰ, ਕੋਈ ਕਿਰਤ ਕਰ। ਇਹੀ ਤੇਰਾ ਖੱਪਰ ਹੈ ਜਿਹੜਾ ਭਰਿਆ ਰਹੇਗਾ, ਇਹ ਤੇਰੀ ਝੋਲੀ ਹੈ, ਤੈਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਔਰ ਦੂਜੀ ਗੱਲ, ਤੇਰੇ ਕੋਲ ਕੋਈ ਲੋੜਵੰਦ ਆ ਜਾਏ ਨਾ, ਕੋਈ ਦੁਖਿਆਰਾ ਆ ਜਾਏ, ਤੂੰ ਉਹਦੀ ਵੀ ਲੋੜ ਪੂਰੀ ਕਰ ਸਕੇਗਾ। ਕਿੱਥੇ ਤੇ ਤੂੰ ਆਪ ਬੋਝ ਬਣ ਜਾਣਾ ਕਿਸੇ ਉੱਤੇ, ਤੇ ਕਿੱਥੇ ਇਹ ਵੀ ਕੋਈ ਵਿਅਕਤੀ ਲੋੜਵੰਦ ਹੈ, ਕੋਈ ਦੁਖਿਆਰਾ ਹੈ, ਕੋਈ ਪਛੜਿਆ, ਤੇ ਇਹਨੂੰ ਲੱਗਿਆ ਵੀ ਇਹਦੀ ਸਹਾਇਤਾ, ਤੂੰ ਆਪਣੀ ਧਰਮ ਕਿਰਤ ਵਿੱਚੋਂ ਉਹਦੀ ਵੀ ਸਹਾਇਤਾ ਕਰ ਸਕੇਗਾ। ਕਿੱਡੀ ਵੱਡੀ ਸੇਵਾ ਹੋਏਗੀ ਇਹ, ਕਿੱਡਾ ਵੱਡਾ ਯਤਨ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਧਿਆਨ ਕੀ ਕਰਹਿ ਵਿਭੂਤ। ਤੋ ਤਿਆਗੀ ਲੋਕ ਆਪਣੇ ਸਰੀਰ ਉੱਤੇ ਗੋਹਿਆਂ ਦੀ ਸਵਾਹ ਮਲ ਲਿਆ ਕਰਦੇ ਸਨ। ਇਹਦਾ ਭਾਵ ਉਹ ਸਮਝਿਆ ਕਰਦੇ ਸਨ ਵੀ ਸਵਾਹ ਮਲਣ ਦਾ ਅਰਥ ਹੈ ਵੀ ਸਾਨੂੰ ਇਹ ਧਿਆਨ ਰਵੇ ਵੀ ਇਹ ਸਰੀਰ ਜਿਹੜਾ ਖਾਕ ਹੈ, ਨਾਸ਼ਵੰਤ, ਇਹਨੇ ਸਵਾਹ ਹੋਣਾ ਹੈ, ਆਖਰ ਇਹ ਨਾਸ਼ਵੰਤ ਹੈ, ਖਤਮ ਹੋ ਜਾਣ ਵਾਲਾ ਹੈ, ਮੌਤ ਦੀ ਗ੍ਰਾਹੀ ਬਣ ਜਾਣ ਵਾਲਾ ਹੈ, ਇਹ ਨਾਸ਼ਵੰਤ ਸਰੀਰ ਹੈ, ਸਾਨੂੰ ਇਸ ਗੱਲ ਦਾ ਧਿਆਨ ਰਹੇ, ਇਸ ਗੱਲ ਦਾ ਚੇਤਾ ਰਹੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ, ਔਰ ਦੂਸਰਾ ਉਹਨਾਂ ਦਾ ਭਾਵ ਹੁੰਦਾ ਸੀ ਵੀ ਆਪਣੇ ਸਰੀਰ ਦੇ ਉੱਤੇ ਸਵਾਹ ਮਲ ਕੇ ਨੂੰ ਕਰੂਪ, ਬੇਢੰਗਾ ਤੇ ਬਦ ਸ਼ਕਲ ਬਣੇ ਰਹੋ, ਤਾਂ ਕਿ ਤੁਹਾਡੇ ਵੱਲ ਵੇਖ ਕੇ ਕਿਸੇ ਦੇ ਮਨ ਅੰਦਰ ਕੋਈ ਉਤੇਜਨਾ, ਕਾਮ ਆਦਿਕ ਦੀ ਭਾਵਨਾ ਪੈਦਾ ਨਾ ਹੋਵੇ, ਕੋਈ ਤੁਹਾਡੀ ਸਿਫਤ ਨਾ ਕਰੇ, ਸਲਾਹ ਨਾ ਕਰੇ ਵੀ ਤੂੰ ਤਾਂ ਬੜਾ ਸੋਹਣਾ ਹੈ, ਤੂੰ ਤਾਂ ਬੜਾ ਤੰਦਰੁਸਤ ਹੈ। ਤੇ ਇਸ ਤਰ੍ਹਾਂ ਸੁਣ ਕੇ ਵੀ ਉਸ ਤੋਂ ਸੁਣ ਕੇ ਤੁਹਾਡੇ ਅੰਦਰ ਹੰਕਾਰ ਪੈਦਾ ਹੋ ਸਕਦਾ ਹੈ। ਤੇ ਕੁਝ ਵਜ੍ਹਾ ਸਨ।
ਵੀ ਨਾਸ਼ਵੰਤ ਸਰੀਰ ਖਤਮ ਹੋ ਜਾਣਾ, ਇਹ ਚੇਤਾ ਰਵੇ। ਸਰੀਰ ਤੇ ਸੁਆਹ ਮਲ ਲੈਂਦੇ ਸਨ। ਕੋਈ ਸਾਡੀ ਸਿਫਤ ਨਾ ਕਰੇ ਤੇ ਕਿਸੇ ਅੰਦਰ ਸਾਡੇ ਵੇਖ ਕੇ ਉਤੇਜਨਾ ਪੈਦਾ ਨਾ ਹੋਏ, ਅਸੀਂ ਕਾਮ ਵਾਲੇ ਪਾਸੇ, ਵਿਕਾਰਾਂ ਵਾਲੇ ਪਾਸੇ ਨਾ ਤੁਰ ਪਈਏ ਤੇ ਸਿਫਤ ਸਲਾਹ ਸੁਣ ਕੇ ਹਉਮੈ ਦੇ ਵਿੱਚ ਨਾ ਆ ਜਾਈਏ। ਇਸ ਕਰਕੇ ਸਰੀਰ ਨੂੰ ਬੇਢੰਗਾ, ਬੱਧ ਸ਼ਕਲ ਤੇ ਗੰਦਾ ਮਲੀਨ ਬਣਾਈ ਰੱਖਣ ਲਈ ਸਰੀਰ ਤੇ ਸੁਆਹ ਮਲ ਲਿਆ ਕਰਦੇ ਸਨ। ਪਾਤਸ਼ਾਹ ਨੇ ਆਖਿਆ, ਰੱਬ ਦੇ ਦਿੱਤੇ ਹੋਏ ਇਸ ਸਰੀਰ ਨੂੰ ਖਾਕ ਮਲ ਕੇ, ਮਿੱਟੀ ਮਲ ਕੇ, ਸੁਆਹ ਮਲ ਕੇ, ਬੱਧ ਸ਼ਕਲ, ਬੇਢੰਗਾ ਔਰ ਮੈਲਾ ਕੁਚੀਲਾ ਕਰਨ ਦੀ ਕੀ ਲੋੜ ਹੈ? ਅਗਰ ਕੋਈ ਕਹਿ ਦਿੰਦਾ ਹੈ ਤੁਸੀਂ ਬੜੇ ਚੰਗੇ ਹੋ, ਤੁਹਾਡਾ ਸਰੀਰ ਬੜਾ ਸੋਹਣਾ ਹੈ, ਤੁਸੀਂ ਸੁੰਦਰ ਸਰੂਪ ਹੋ, ਤਾਂ ਆਖੋ ਵਾਹਿਗੁਰੂ ਦੀ ਬਖਸ਼ਿਸ਼ ਹੈ, ਉਹਦਾ ਦਿੱਤਾ ਹੋਇਆ ਇਹ ਜੀਵਨ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਆਪਣੇ ਸਰੀਰ ਤੇ ਸੁਆਹ ਮਲ ਕੇ ਇਹਨੂੰ ਨਾਸ਼ਵਾਨ ਸਮਝਣ ਦੀ ਬਜਾਏ ਵੀ ਇਹ ਸਰੀਰ ਨੇ ਨਾਸ਼ ਹੋ ਜਾਣਾ, ਉਹ ਤਾਂ ਹੋ ਹੀ ਜਾਣਾ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਇਹਦੇ ਵਾਸਤੇ ਸੁਆਹ ਸਰੀਰ ਤੇ ਮਲਣ ਦੀ ਲੋੜ ਨਹੀਂ। ਧਿਆਨ ਕੀ ਕਰੇ? ਵਿਭੂਤ। ਧਿਆਨ ਦਾ ਅਰਥ ਹੁੰਦਾ ਹੈ ਚੇਤੇ ਵਿੱਚ ਰੱਖਣੀ ਇਹ ਗੱਲ। ਅਕਾਲ ਪੁਰਖ ਨੂੰ ਚੇਤੇ ਵਿੱਚ ਰੱਖੋ, ਰੱਬ ਦੇ ਗੁਣ ਚੇਤੇ ਵਿੱਚ ਰੱਖੋ, ਮੌਤ ਨੂੰ ਚੇਤੇ ਵਿੱਚ ਰੱਖੋ ਵੀ ਮੌਤ ਸਦੀਵੀ ਏ ਤੇ ਇਹ ਸਾਰਾ ਕੁਝ ਇੱਕ ਦਿਨ ਵਿਨਸੇਗਾ। ਸਾਡੇ ਆਲੇ ਦੁਆਲੇ ਦੀਆਂ ਕਿੰਨੀਆਂ ਚੀਜ਼ਾਂ ਸਾਡੇ ਦੇਖਦਿਆਂ ਦੇਖਦਿਆਂ ਨਾਸ਼ ਹੁੰਦੀਆਂ ਨੇ। ਸਾਡੀਆਂ ਬਣਾਈਆਂ ਘੜੀਆਂ ਚੀਜ਼ਾਂ ਸਾਡੇ ਹੱਥਾਂ 'ਚ ਟੁੱਟ ਜਾਂਦੀਆਂ ਨੇ। ਸਾਡੇ ਸ਼ਰੀਕਾ, ਭਾਈਚਾਰਾ, ਰਿਸ਼ਤੇਦਾਰੀਆਂ, ਸਮਾਜ, ਮਨੁੱਖ, ਕਿੰਨੇ ਹੀ ਮਨੁੱਖ ਨੇ ਜਿਹੜੇ ਤੁਰਦੇ ਨੇ ਵਾਰੀ-ਵਾਰੀ। ਕਿੰਨਾ ਕੁਝ ਸਾਡੇ ਆਲੇ ਦੁਆਲੇ ਇਰਦ ਗਿਰਦ ਨਾਸ਼ ਹੁੰਦਾ। ਇਹ ਸਾਰਾ ਕੁਝ ਸਾਨੂੰ ਚੇਤਾ ਹੀ ਕਰਵਾਈ ਰਹੀ ਹੈ ਨਾ ਕੁਦਰਤ, ਵੀ ਜਿਵੇਂ ਇਹ ਚੀਜ਼ਾਂ ਟੁੱਟ ਰਹੀਆਂ ਨੇ, ਨਾਸ਼ ਹੋ ਰਹੀਆਂ ਨੇ, ਖਤਮ ਹੋ ਰਹੀਆਂ ਨੇ, ਮੁੱਕ ਰਹੀਆਂ ਨੇ, ਬੰਦਿਆ ਇੱਕ ਦਿਨ ਤੇਰੀ ਆਪਣੀ ਵਾਰੀ ਵੀ ਆਏਗੀ। ਤਾਂ ਸਤਿਗੁਰੂ ਨੇ ਆਖਿਆ ਇਹ ਕੁਝ ਚਿਤਾਰਨ ਵਾਸਤੇ ਸਾਨੂੰ ਸਰੀਰ ਤੇ ਸੁਆਹ ਮਲਣ ਦੀ ਲੋੜ ਨਹੀਂ, ਬਲਕਿ ਸਾਨੂੰ ਆਲੇ ਦੁਆਲੇ ਕੁਦਰਤ ਦੇ ਇਸ ਹੁਕਮ ਨੂੰ ਵਰਤਦਿਆਂ ਹੋਇਆਂ ਵੇਖਣ ਤੇ ਅਨੁਭਵ ਕਰਨ ਦੀ ਲੋੜ ਹੈ, ਮਹਿਸੂਸ ਕਰਨ ਦੀ ਲੋੜ ਹੈ। ਔਰ ਦੂਜੀ ਗੱਲ ਇਹ, ਸਤਿਗੁਰੂ ਨੇ ਆਖਿਆ ਸਾਨੂੰ ਅਕਾਲ ਪੁਰਖ ਦੇ ਗੁਣ ਆਪਣੀ ਸੁਰਤ ਵਿੱਚ, ਧਿਆਨ ਵਿੱਚ ਰੱਖਣ ਦੀ ਲੋੜ ਹੈ। ਉਹ ਚੇਤੇ ਵਿੱਚ ਰਹਿਣੇ ਚਾਹੀਦੇ ਨੇ ਵੀ ਅਕਾਲ ਪੁਰਖ ਦਾ ਹੁਕਮ ਹੈ ਵੀ ਜੋ ਕੁਝ ਵੀ ਇਸ ਸੰਸਾਰ ਵਿੱਚ ਆਇਆ ਉਹਨੇ ਅਖੀਰ ਬਿਨਸ ਜਾਣਾ। ਜੋ ਉਸਰਿਆ ਉਹ ਟੱਠੇਗਾ, ਜੋ ਘੜਿਆ ਭੱਜੇਗਾ, ਜੋ ਜਨਮਿਆ ਮਰੇਗਾ, ਜੋ ਬਣਿਆ ਉਹਨੇ ਖਤਮ ਹੋਏਗਾ। ਇਹ ਹੁਕਮ ਹੈ ਨਾ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਤੋ ਗੱਲ ਸਰੀਰ ਤੇ ਨਹੀਂ, ਗੱਲ ਧਿਆਨ 'ਚ ਰੱਖਣ ਦੀ ਲੋੜ ਹੈ। ਜਿਹੜੀ ਗੱਲ ਸਾਡੇ ਚੇਤੇ ਵਿੱਚ ਰਹੇਗੀ, ਧਿਆਨ ਵਿੱਚ ਰਹੇਗੀ, ਸਾਡੇ ਕਿਰਦਾਰ ਦਾ ਹਿੱਸਾ ਬਣੇਗੀ। ਔਰ ਸਾਡੇ ਕਿਰਦਾਰ ਵਿੱਚ ਜਦੋਂ ਇਹ ਗੱਲ, ਇਹ ਸਚਾਈ ਨੂੰ ਅਸੀਂ ਅਸੈਪਟ ਕਰ ਲਿਆ, ਕਬੂਲ ਕਰ ਲਿਆ ਵੀ ਸਭ ਕੁਝ ਨਾਸ਼ਵੰਤ ਹੈ, ਫਿਰ ਸਰੀਰ ਤੇ ਸੁਆਹ ਮਲਣ ਦੀ ਜ਼ਰੂਰਤ ਨਹੀਂ ਰਹਿ ਜਾਏਗੀ। ਤੋ ਸਤਿਗੁਰੂ ਪਾਤਸ਼ਾਹ ਜੀ ਸ਼ਬਦ ਕਹਿੰਦੇ ਨੇ ਖਿੰਥਾ ਕਾਲ। ਖਿੰਥਾ ਦਾ ਅਰਥ ਹੁੰਦਾ ਗੋਦੜੀ। ਵੰਨ ਸੁਵੰਨੀਆਂ ਟਾਕੀਆਂ ਲਾ ਕੇ, ਫਟੇ ਪੁਰਾਣੇ ਕੱਪੜਿਆਂ ਨੂੰ ਸੜੰਗੇ ਤੋਪੇ ਲਾ ਕੇ ਫਿਰ ਉਹ ਇਹੋ ਜਿਹੀ ਗੋਦੜੀ ਗਲ ਪਹਿਨ ਲੈਣੀ, ਜਾਂ ਭਗਵੇਂ ਰੰਗ ਦਾ ਖੁੱਲਾ ਜਿਹਾ ਚੋਗਾ ਜਿਹੜਾ ਸੀ ਉਹ ਬੇਢੰਗਾ ਜਿਹਾ, ਵੀ ਜਿਹੜਾ ਖਾਸ ਢੰਗ ਨਾਲ ਸੀਤਾ ਨਾ ਗਿਆ ਹੋਵੇ, ਕੋਈ ਚੰਗੇ ਢੰਗ ਨਾਲ ਉਹਨੂੰ ਖੁੱਲੇ ਜਿਹੇ ਚੋਗੇ ਨੂੰ ਆਪਣੇ ਸਰੀਰ ਤੇ ਪਹਿਨ ਲੈਣਾ। ਔਰ ਉਹਨੂੰ ਸਮਝਿਆ ਜਾਂਦਾ ਸੀ ਵੀ ਉਹ ਐਸੀ ਗੋਦੜੀ ਜਿਹੜੀ ਇਹ ਸਰੀਰ ਦੇ ਉੱਤੇ ਪਹਿਨਣ ਦੇ ਨਾਲ ਸਾਡੀ ਸੁੰਦਰਤਾ ਵੀ ਢਕੀ ਜਾਏਗੀ, ਉਹਦੀ ਕੋਈ ਉਸਤਤ ਨਹੀਂ ਕਰੇਗਾ ਔਰ ਆਪਣੇ ਸਰੀਰ ਦੇ ਮਾਣ ਵੀ ਨਹੀਂ ਹੋਏਗਾ। ਔਰ ਆਪਣੇ ਆਪ ਨੂੰ ਬੜੀ ਸਾਦਗੀ ਦੇ ਵਿੱਚ ਰੱਖ ਲੈਣ ਦੀ ਗੱਲ, ਸਾਦੇ ਰਹਿਣਾ ਮਾੜੀ ਬਾਤ ਨਹੀਂ ਹੈ। ਪਰ ਉਹ ਖਾਸ ਕਿਸਮ ਦਾ ਚੋਲਾ ਜਿਹੜਾ ਸੀ ਉਹ ਇੱਕ ਧਾਰਮਿਕ ਚਿੰਨ੍ਹ ਬਣਾ ਕੇ ਵਰਤਿਆ ਗਿਆ। ਗੁਰੂ ਪਾਤਸ਼ਾਹ ਨੇ ਆਖਿਆ ਵੀ ਇਹਦੀ ਜ਼ਰੂਰਤ ਨਹੀਂ ਸੀ। ਜੇ ਚੰਗਾ ਹੁੰਦਾ ਇਹਦੀ ਜਗ੍ਹਾ ਦੇ ਉੱਤੇ ਮੌਤ ਦਾ ਭੈ। ਖਿੰਥਾ ਕਾਲ, ਕਾਲ ਦਾ ਅਰਥ ਹੁੰਦਾ ਮੌਤ। ਵੀ ਮੌਤ ਚੇਤੇ 'ਚ ਰਹੇ ਵੀ ਅਸੀਂ ਨਾਸ਼ਵੰਤ ਹਾਂ, ਅਸੀਂ ਖਤਮ ਹੋਵਾਂਗੇ, ਮੁੱਕ ਜਾਵਾਂਗੇ ਅਖੀਰ ਇੱਕ ਦਿਨ। ਸਤਿਗੁਰੂ ਨੇ ਆਖਿਆ ਜੇ ਇਹਨੂੰ ਆਪਣੀ ਗੋਦੜੀ ਬਣਾ ਲਿਆ ਜਾਏ, ਇਹਨੂੰ ਆਪਣਾ ਚੋਗਾ ਬਣਾ ਲਿਆ ਜਾਏ। ਔਰ ਅਗਲੀ ਗੱਲ ਹੈ ਕੁਆਰੀ ਕਾਇਆ ਜੁਗਤ। ਜੋਗ ਦੀ ਜੁਗਤ ਦੇ ਅੰਦਰ ਕਾਇਆ ਨੂੰ ਕੁਆਰੀ ਰੱਖਣ ਦਾ ਯਤਨ ਕੀਤਾ ਜਾਂਦਾ ਹੈ, ਵਿਕਾਰਾਂ ਤੋਂ ਮੁਕਤ ਕਰਨਾ, ਵੀ ਦੁਨੀਆ ਦੇ ਲੋਭ ਮੋਹ ਹਵਸ ਦੇ ਵਿੱਚ ਆਪਣੇ ਸਰੀਰ ਦੇ ਉੱਤੇ ਇਹਨਾਂ ਦਾ ਪ੍ਰਭਾਵ ਨਹੀਂ ਪੈਣ ਦੇਣਾ। ਇਹ ਕੁਆਰਾਪਨ ਹੈ। ਇਹਦੇ ਲਈ ਯੋਗ ਦੀਆਂ ਜੁਗਤਾਂ, ਪ੍ਰਾਣਾਯਾਮ, ਧਿਆਨ, ਸਮਾਧੀਆਂ, ਇਹ ਸਾਰਾ ਕੁਝ ਕੀਤਾ ਜਾਂਦਾ ਹੈ ਕਾਇਆ ਨੂੰ ਕੁਆਰੀ ਰੱਖਣ ਦੀ। ਇਹ ਜੁਗਤ ਹੈ। ਗੁਰਮਤ ਵਿੱਚ ਕਾਇਆ ਨੂੰ ਕੁਆਰੀ ਰੱਖਣ ਦਾ ਢੰਗ ਕੀ ਹੈ? ਭਾਵ ਵਿਕਾਰਾਂ ਤੋਂ ਮੁਕਤ ਰੱਖਣਾ, ਵੀ ਮੰਦਾ ਕਰਮ ਇਸ ਸਰੀਰ ਨਾਲ ਨਾ ਹੋਵੇ, ਮੰਦਾ ਆਚਰਣ ਮਨੁੱਖ ਧਾਰਨ ਨਾ ਕਰੇ, ਮਾੜੇ ਪਾਸੇ ਆਪਣੇ ਸਰੀਰ ਨੂੰ ਨਾ ਲਾਏ, ਸਗੋਂ ਇਸ ਸਰੀਰ ਨੂੰ ਸੇਵਾ ਲਈ, ਪਰਉਪਕਾਰ ਲਈ, ਲੋਕਾਂ ਦੀ ਭਲਾਈ ਲਈ, ਧਰਮ ਦੀ ਕਿਰਤ ਕਰਦਿਆਂ ਚੰਗੇ ਢੰਗ ਨਾਲ ਵਿਕਾਰਾਂ ਤੋਂ ਬਚਾ ਕੇ ਰੱਖੇ। ਇਹ ਕੁਆਰੀ ਕਾਇਆ ਹੈ। ਤਾਂ ਉਹਦੇ ਲਈ ਯੋਗ ਵਿੱਚ ਜੁਗਤਾਂ ਸਨ ਪ੍ਰਾਣਾਯਾਮ ਕਰਨਾ, 84 ਆਸਣ ਲਾਉਣੇ, ਭੁੱਖੇ ਰਹਿਣਾ, ਤਪ ਸਾਧਣੇ, ਸਰੀਰ ਤੇ ਸੁਆਹ ਮਲ ਲੈਣੀ, ਸਮਾਧੀਆਂ ਲਾਉਣੀਆਂ, ਧਿਆਨ ਟਿਕਾਉਣੇ, ਇਹ ਯਤਨ ਸਨ। ਗੁਰਮਤਿ ਨੇ ਆਖਿਆ ਐਸੇ ਕਰਮ ਕਾਂਡਾਂ ਦੀ ਜ਼ਰੂਰਤ ਨਹੀਂ ਹੈ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਕੁਆਰੀ ਕਾਇਆ ਜੁਗਤ। ਅਸਲ ਜੁਗਤੀ ਕੀ ਹੈ? ਕਾਇਆ ਨੂੰ ਕੁਆਰੀ ਰੱਖਣ ਦੀ, ਕਾਇਆ ਨੂੰ ਪਵਿੱਤਰ ਰੱਖਣ ਦੀ, ਕਾਇਆ ਨੂੰ ਵਿਕਾਰਾਂ ਤੋਂ ਰਹਿਤ ਰੱਖਣ ਦੀ। ਜੇ ਅਸੀਂ ਆਪਣੀ ਕਾਇਆ ਨੂੰ ਮਾੜੇ ਪਾਸੇ ਨਾ, ਵੀ ਜਿਹੜੇ ਹੱਥ ਖੋਹਦੇ ਨੇ ਇਹ ਖੋਹਣਾ ਛੱਡ ਦੇਣ, ਘੱਟ ਤੋਲਦੇ ਨੇ ਘੱਟ ਤੋਲਣਾ ਛੱਡ ਦੇਣ,
ਜੇਬਾਂ ਕੱਟਦੇ ਨੇ, ਜੇਬਾਂ ਕੱਟਣੀਆਂ ਛੱਡ, ਇਹ ਜ਼ੁਬਾਨ ਨਿੰਦਾ ਕਰਨੀ ਛੱਡ ਦੇ, ਚੁਗਲੀ ਕਰਨੀ ਛੱਡ ਦੇ, ਕੰਨਾਂ ਨਾਲ ਅਸੀਂ ਉਸਤਤ ਨਿੰਦਾ ਸੁਣਨੀ ਛੱਡ ਦਈਏ। ਜੇ ਅਸੀਂ ਆਪਣੀਆਂ ਅੱਖਾਂ ਨਾਲ ਪਰਾਇਆ ਰੂਪ ਤੱਕਣਾ, ਵੈਰ ਭਾਵ ਨਾਲ ਤੱਕਣਾ ਤਿਆਗ ਦਈਏ ਤਾਂ ਸਾਡੀ ਕਾਇਆ ਪਵਿੱਤਰ ਹੋਏਗੀ। ਐਸਾ ਹੀ ਬਚਨ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ ਹੈ ਨਾ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕੰਨਾਂ ਨੂੰ ਵੀ ਸਮਝਾਉਂਦੇ ਨੇ, ਅੱਖਾਂ ਬਾਬਤ ਵੀ ਉਪਦੇਸ਼ ਦਿੰਦੇ ਨੇ, ਸਾਡੇ ਸਰੀਰ ਬਾਬਤ ਵੀ ਕਹਿੰਦੇ ਨੇ। ਔਰ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਤਾਂ ਸੁਖਮਨੀ ਸਾਹਿਬ ਦੇ ਵਿੱਚ ਆਖਿਆ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਔਰ ਉੱਥੇ ਵੀ ਸਤਿਗੁਰੂ ਨੇ ਸ਼ਬਦ ਵਰਤੇ, ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੇਂ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ, ਮਿਥਿਆ ਸਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ। ਸਤਿਗੁਰੂ ਨੇ ਆਖਿਆ ਉਹ ਸਰੀਰ ਆਕਾਰ ਤਾਂ ਵਿਅਰਥ ਹੈ ਜਿਹੜਾ ਮੰਦੇ ਆਚਰਣ ਵੱਲ ਲੱਗਿਆ। ਅੱਖਾਂ ਪਰਾਇਆ ਰੂਪ ਵੇਖਦੀਆਂ ਨੇ, ਮਾੜੇ ਢੰਗ ਨਾਲ ਵੇਖਦੀਆਂ ਨੇ, ਵੈਰ ਭਾਵ ਨਾਲ ਵੇਖਦੀਆਂ ਨੇ, ਕੰਨ ਨਿੰਦਾ ਸੁਣ, ਜਿਹੜਾ ਸਰੀਰ ਇਹੋ ਜਿਹੇ ਵਿਕਾਰਾਂ ਦੇ ਜਿਲਣ ਵਿੱਚ ਫਸਿਆ, ਗੁਰੂ ਨੇ ਆਖਿਆ ਉਹ ਮਿਥਿਆ। ਮਿਥਿਆ ਤਨ ਨਹੀਂ ਪਰਉਪਕਾਰਾ, ਜੇ ਪਰਉਪਕਾਰ ਸੇਵਾ ਭਲਾਈ ਜੀਵਨ ਵਿੱਚ ਨਹੀਂ ਤਾਂ ਸਮਝੋ ਤਨ ਵਿਅਰਥ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੀ ਕਾਇਆ ਨੂੰ ਪਵਿੱਤਰ ਤੇ ਕੁਆਰੀ ਰੱਖਣ ਦਾ ਜੋ ਢੰਗ, ਜੋ ਜੁਗਤ ਹੈ ਉਹ ਹੈ ਪਰਉਪਕਾਰ, ਉਹ ਹੈ ਸੇਵਾ। ਵਿਕਾਰਾਂ ਤੋਂ ਬਚਾ, ਪ੍ਰਾਣਾਯਾਮ ਜਾਂ ਧਿਆਨ ਟਿਕਾਉਣ ਨਾਲ ਨਹੀਂ ਹੋਏਗਾ ਇਹ ਸਾਰਾ ਕੁਝ, ਇਹ ਨੇਕ ਪਾਸੇ ਵੱਲ ਉਦਮ ਕਰਨ ਨਾਲ ਹੋਏਗਾ। ਇਸ ਕਰਕੇ ਗੁਰਮਤਿ ਦੇ ਅੰਦਰ ਜਿੱਥੇ ਅਕਾਲ ਪੁਰਖ ਦੇ ਗੁਣਾਂ ਦੇ ਚਿੰਤਨ ਦੀ ਗੱਲ ਹੈ, ਉੱਥੇ ਨਾਲ ਨਾਲ ਸੇਵਾ, ਪਰਉਪਕਾਰ ਤੇ ਭਲਾਈ ਦੀ ਗੱਲ ਵੀ ਸਤਿਗੁਰੂ ਨੇ ਸਾਨੂੰ ਸਿਖਾਈ ਹੈ, ਤਾਂ ਕਿ ਅਸੀਂ ਇਹਨਾਂ ਚੰਗੇ ਗੁਣਾਂ ਦੀ ਪ੍ਰੈਕਟਿਸ ਵੀ, ਇਹਨੂੰ ਪ੍ਰੈਕਟੀਕਲ ਵੀ ਆਪਣੇ ਜੀਵਨ ਅੰਦਰ ਕਰ ਸਕੀਏ। ਜੇ ਗੁਰਮਤਿ ਦਾ ਇਹ ਉਪਦੇਸ਼ ਅਸੀਂ ਮਨ ਵਿੱਚ ਵਸਾਉਣਾ ਹੈ ਵੀ ਮਿੱਠਾ ਬੋਲਣਾ ਤੇ ਜ਼ੁਬਾਨ ਨਾਲ ਬੋਲਣਾ, ਸਰੀਰ ਸਫਲ ਹੋ ਗਿਆ। ਜੇ ਗੁਰਮਤਿ ਦਾ ਉਪਦੇਸ਼ ਹੈ ਚੁਗਲੀ ਨਿੰਦਾ ਤੋਂ ਮੁਕਤ ਹੋਵੋ, ਤਾਂ ਉਹਨੂੰ ਕਮਾਉਣਾ ਕੀ ਹੈ ਵੀ ਆਪਣੇ ਕੰਨਾਂ ਨਾਲ ਚੁਗਲੀ ਨਿੰਦਾ ਤੇ ਜ਼ੁਬਾਨ ਨਾਲ ਚੁਗਲੀ ਨਿੰਦਾ ਕਰਨੀ ਤੇ ਸੁਣਨੀ ਤਿਆਗ ਦਿੱਤੀ, ਤਾਂ ਸੁਭਾਵਕ ਹੈ ਸਾਡਾ ਤਨ ਜਿਹੜਾ ਹੈ ਉਹ ਸਫਲਾ ਹੋ ਗਿਆ। ਗੁਰਮਤਿ ਦਾ ਉਪਦੇਸ਼ ਹੈ ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ, ਅਸੀਂ ਆਪਣੇ ਹੱਥਾਂ ਨਾਲ ਪਰਾਇਆ ਹੱਕ ਖੋਹਣਾ ਖਿੰਝਣਾ ਛੱਡ ਦਿੱਤਾ, ਤਾਂ ਸੁਭਾਵਕ ਹੈ ਸਾਡਾ ਇਹ ਸਰੀਰ ਸਫਲਾ ਹੋ ਗਿਆ। ਆਪਣੇ ਪੈਰਾਂ ਦੇ ਨਾਲ ਚੰਗੇ ਪਾਸੇ ਵੱਲ ਉਦਮ ਕੀਤਾ, ਮਾੜੇ ਪਾਸੇ ਨਹੀਂ ਗਏ। ਉਨੀ ਮੰਦਾ ਪੈਰ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ, ਤਾਂ ਆਪਣੇ ਆਪ ਸਾਡਾ ਤਨ ਪਵਿੱਤਰ ਹੋ ਗਿਆ। ਤਾਂ ਇਹ ਹੈ ਇਸ ਕਾਇਆ ਨੂੰ ਪਵਿੱਤਰ ਕਰਨ ਦੀ ਜੁਗਤ। ਹਜ਼ੂਰ ਕਹਿੰਦੇ ਡੰਡਾ ਪ੍ਰਤੀਤ, ਜੋਗੀ ਆਪਣੇ ਕੋਲ ਡੰਡਾ ਰੱਖਦੇ ਸਨ। ਇੱਕ ਤਾਂ ਉਹ ਸੇਫਟੀ ਵਾਸਤੇ ਵੀ ਰੱਖਦੇ, ਕਿਉਂਕਿ ਜੰਗਲਾਂ ਇਤਿਆਦਿਕ ਦੇ ਵਿੱਚ ਰਹਿੰਦੇ ਸਨ, ਹੱਥ ਵਿੱਚ ਡੰਡਾ ਹੁੰਦਾ ਸੀ। ਔਰ ਉਹ ਡੰਡਾ ਉਹਨਾਂ ਦੀ ਇੱਕ ਪੱਕੀ ਜਿਹੜੀ ਸੀ ਉਹ ਇੱਕ ਪਛਾਣ ਬਣਦਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਔਰ ਉਹ ਡੰਡਾ ਉਹ ਆਪਣੇ ਆਪ ਨੂੰ ਸੁਚੇਤ ਕਰਨ ਵਾਸਤੇ ਵੀ ਰੱਖਿਆ ਕਰਦੇ ਸਨ। ਸਤਿਗੁਰੂ ਨੇ ਆਖਿਆ ਪ੍ਰਤੀਤ, ਪ੍ਰਤੀਤ ਦਾ ਅਰਥ ਹੁੰਦਾ ਹੈ ਸ਼ਰਧਾ ਰੱਖਣੀ, ਯਕੀਨ ਰੱਖਣਾ, ਵਿਸ਼ਵਾਸ ਰੱਖਣਾ। ਸਤਿਗੁਰੂ ਆਖਦੇ ਨੇ ਜੇ ਹੇ ਜੋਗੀ ਤੂੰ ਉਸ ਅਕਾਲ ਪੁਰਖ ਉਤੇ ਅਟੁੱਟ ਯਕੀਨ ਤੇ ਸ਼ਰਧਾ ਵਿਸ਼ਵਾਸ ਰੱਖ ਲਵੇਂ, ਉਹਦੀ ਹੋਂਦ ਨੂੰ ਸਭਨਾਂ ਵਿੱਚ ਮਹਿਸੂਸ ਕਰੇ, ਇਹ ਤੇਰੇ ਕੋਲ ਡੰਡਾ ਹੋਵੇ ਆਪਣੇ ਆਪ ਨੂੰ ਸੁਚੇਤ ਕਰਨ ਲਈ ਵੀ ਨਹੀਂ ਮੈਂ ਮੰਦਾ ਕਰਮ ਨਹੀਂ ਕਰਨਾ, ਮੇਰੇ ਵਾਹਿਗੁਰੂ ਦੀ ਜੋਤ ਇਸ ਵਿੱਚ ਵੀ ਹੈ, ਮੈਂ ਉਸ ਨਾਲ ਧੱਕਾ ਨਹੀਂ ਕਰਨਾ, ਮੇਰਾ ਪ੍ਰਭੂ ਉਸ ਵਿੱਚ ਵੀ ਵਸਦਾ ਹੈ, ਮੈਂ ਮੰਦਾ ਨਹੀਂ ਕਰਨਾ, ਮੇਰਾ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਥਾਵਾਂ ਦੇ ਉੱਤੇ। ਇਹ ਡੰਡਾ ਆਪਣੇ ਆਪ ਨੂੰ ਸੁਚੇਤ ਕਰਨ ਲਈ ਜੇ ਤੂੰ ਰੱਖੇ ਤਾਂ ਤੇਰੇ ਮਨ ਦੀ, ਤੇਰੀ ਸੁਰਤ ਦੀ ਵਿਕਾਰਾਂ ਤੋਂ ਰਾਖੀ ਹੋ ਜਾਏਗੀ। ਸਤਿਗੁਰੂ ਜੀ ਆਖਦੇ ਨੇ ਆਈ ਪੰਥੀ, ਜੋਗੀਆਂ ਦੇ 12 ਪੰਥ ਨੇ, ਔਰ ਉਹਨਾਂ ਜੋਗੀਆਂ ਦੇ 12 ਫਿਰਕਿਆਂ ਦੇ ਵਿੱਚੋਂ 12 ਪੰਥਾਂ ਦੇ ਵਿੱਚੋਂ ਸਭ ਤੋਂ ਜਿਹੜਾ ਉੱਤਮ ਪੰਥ ਹੈ ਉਹ ਆਈ ਪੰਥ ਮੰਨਿਆ। ਉਸ ਪੰਥ ਦਾ ਨਾਂ ਸੀ ਆਈ। ਤੇ ਜਿਸ ਵੀ ਜੋਗੀ ਨੂੰ ਪੁੱਛਣਾ ਵੀ ਭਾਈ ਤੇਰਾ ਫਿਰਕਾ ਤੂੰ ਕਿਹੜੇ ਫਿਰਕੇ ਨਾਲ, ਉਹ ਬੜੇ ਮਾਣ ਨਾਲ ਦੱਸਦੇ ਸਨ ਵੀ ਮੈਂ ਤਾਂ ਆਈ ਪੰਥ ਨਾਲ ਸੰਬੰਧ ਰੱਖਦਾ, ਭਾਵ ਮੇਰਾ ਫਿਰਕਾ ਬਾਕੀ 12 ਫਿਰਕਿਆਂ ਨਾਲੋਂ ਉੱਚਾ ਫਿਰਕਾ ਹੈ। ਉਹਨਾਂ 12 ਫਿਰਕਿਆਂ ਚੋਂ ਮੇਰਾ ਫਿਰਕਾ, ਮੇਰਾ ਜਿਹੜੀ ਜਥੇਬੰਦੀ ਹੈ 12 ਜੋਗੀਆਂ ਦੀਆਂ ਜਥੇਬੰਦੀਆਂ ਚੋਂ ਸਭ ਤੋਂ ਵੱਡੀ ਜਥੇਬੰਦੀ, ਉੱਤਮ ਜਥੇਬੰਦੀ ਤੋਂ ਉਹ ਜੋਗੀ ਉੱਤਮ ਤੇ ਸਤਕਾਰ ਦੇ ਜ਼ਿਆਦਾ ਪਾਤਰ ਮੰਨੇ ਜਾਂਦੇ। ਉਹਨਾਂ ਦਾ ਪ੍ਰਭਾਵ ਥੋੜਾ ਜਿਹਾ ਜ਼ਿਆਦਾ ਹੁੰਦਾ ਸੀ, ਜਿਹੜੇ ਕਹਿੰਦੇ ਸਨ ਵੀ ਸਾਡਾ ਪੰਥ ਤੇ ਆਈ ਹੈ, ਸਾਡੀ ਜਥੇਬੰਦੀ ਦਾ ਨਾਮ ਆਈ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੋਗੀ ਵੀ ਬੜੇ ਮਾਣ ਨਾਲ ਦੱਸਿਆ ਕਰਦੇ। ਹੁਣ ਵੇਖੋ ਕਿੱਥੇ ਤੇ ਹੰਕਾਰ ਛੱਡਣ ਦੀ ਗੱਲ ਹੈ ਤੇ ਕਿਤੇ ਇਹ ਹੋਵੇਂ ਵੀ ਸਾਡਾ ਪੰਥ ਤੇ ਹੈ ਸਾਰੇ ਹੀ ਜੋਗੀ। ਜੋਗੀਆਂ ਦੇ ਅੱਗੇ 12 ਫਿਰਕੇ ਬਣ ਗਏ ਵੀ ਅਸੀਂ ਤਾਂ ਆਈ ਪੰਥ ਨਾਲ, ਆਈ ਫਿਰਕੇ ਨਾਲ ਸੰਬੰਧ ਰੱਖਦੇ ਹਾਂ। ਤੇ ਇੱਕ ਵੱਖਰੀ ਕਿਸਮ ਦੀ ਹੋਵੇਂ ਸੀਏ, ਵੱਖਰੇ ਕਿਸਮ ਦਾ ਹੰਕਾਰ ਸੀਏ ਵੀ ਅਸੀਂ ਉੱਤਮ ਹਾਂ, ਬਾਕੀ ਜੋਗੀ ਜਿਹੜੇ ਨੇ ਉਹਨਾਂ ਦੇ ਫਿਰਕੇ ਸਾਡੇ ਨਾਲੋਂ ਨੀਵੇਂ ਨੇ। ਤਾਂ ਗੱਲ ਤੋਂ ਮਨ ਤੋਂ ਛੱਡਣ ਤੋਂ ਸੀ ਉਹ ਛੁੱਟੀ ਨਹੀਂ। ਗਰੀਬ ਨਵਾਜ ਪਾਤਸ਼ਾਹ ਨੇ ਬਾਣੀ ਚ ਆਖਿਆ ਹੈ ਨਾ, ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਜਿਵੇਂ ਅੱਜ ਅਸੀਂ ਕਰਦੇ ਹਾਂ ਵੀ ਮੈਂ ਬੜਾ ਉੱਤਮ ਸਿੱਖ ਹਾਂ ਕਿਉਂਕਿ ਮੈਂ ਫਲਾਣੇ ਫਿਰਕੇ ਨਾਲ, ਫਲਾਨੀ ਜਥੇਬੰਦੀ ਨਾਲ ਸੰਬੰਧ ਰੱਖਦੇ, ਕਿੱਡੀ ਅਚੰਭੇ ਵਾਲੀ ਗੱਲ ਹੈ ਵੀ ਸਿੱਖ ਉਹ ਉੱਤਮ ਨਹੀਂ ਹੁੰਦਾ ਜਿਹੜਾ ਕਿਸੇ ਖਾਸ ਜਥੇਬੰਦੀ ਨਾਲ ਸੰਬੰਧ ਰੱਖੇ। ਸਿੱਖ ਤਾਂ ਉਹ ਉੱਤਮ ਹੁੰਦਾ ਜਿਹੜਾ ਗੁਰੂ ਦੀ ਸਿੱਖਿਆ ਮੁਤਾਬਕ ਆਪਣਾ ਜੀਵਨ ਢਾਲ ਕੇ ਸਿੱਖ ਬਣਦਾ। ਇਹ ਬਿਮਾਰੀਆਂ ਨੇ ਹਉਮੈ ਦੀਆਂ ਜਿਹੜੀਆਂ ਅਸੀਂ
ਚੁੱਕ ਕੇ ਆਪਣੇ ਨਾਲ ਹੀ ਲਿਆਉਂਦੇ ਔਰ ਵੰਡੀਆਂ ਅੱਗੇ ਤੋਂ ਅੱਗੇ ਅਸੀਂ ਪਾਈ ਛੱਡਦੇ ਹਾਂ। ਤਾਂ ਸਾਨੂੰ ਵੀ ਇਹ ਗੱਲਾਂ, ਐਸਾ ਨਹੀਂ ਵੀ ਜੋਗੀ ਨੂੰ ਹੀ ਕਿਹਾ, ਮਹਾਰਾਜ ਨੇ ਸਾਨੂੰ ਵੀ ਤੇ ਆਖਿਆ ਹੈ ਨਾ। ਜੇ ਸਿੱਖ ਸਮਝਦੇ ਨਾ ਫਲਾਨੀ ਜਥੇਬੰਦੀ ਨਾਲ, ਫਲਾਨੀ ਸੰਪਰਦਾ ਨਾਲ, ਫਲਾਨੇ ਧੜੇ ਨਾਲ ਮੈਂ ਸੰਬੰਧ ਰੱਖ ਕੇ ਮੈਂ ਇਸ ਕਰਕੇ ਉੱਚਾ ਵੀ ਮੇਰਾ ਧੜਾ ਫਲਾਨਾ ਹੈ, ਤਾਂ ਉਹ ਵੀ ਉਹ ਜੋਗੀਆਂ ਵਾਂਗ ਭੁੱਲਿਆ ਹੋਇਆ ਹੈ। ਗੁਰੂ ਨਾਨਕ ਦਾ ਉਪਦੇਸ਼ ਉਹਦੇ ਲਈ ਵੀ ਓਨਾ ਹੀ ਹੈ। ਸਤਿਗੁਰੂ ਆਖਦੇ ਤੂੰ ਇਸ ਕਰਕੇ ਉੱਚਾ ਨਹੀਂ ਵੀ ਤੂੰ ਫਲਾਨੇ ਧੜੇ ਨਾਲ ਸੰਬੰਧ ਰੱਖਦਾ, ਉੱਚੇ ਹੋਣਾ ਤੂੰ ਗੁਰੂ ਦੀ ਗੱਲ ਮੰਨ ਕੇ। ਜੇ ਤੂੰ ਗੁਰੂ ਦੀ ਗੱਲ ਮੰਨਦਾ ਫਿਰ ਤੂੰ ਉੱਚਾ ਹੈ, ਨਹੀਂ ਤੇ ਧੜਿਆਂ ਨਾਲ ਜੁੜ ਕੇ ਕੋਈ ਉੱਚਾ ਹੁੰਦਾ ਹੈ? ਉਹ ਤਾਂ ਹੰਕਾਰੀ ਹੁੰਦਾ ਹੈ, ਹਉਮੈ ਗ੍ਰਸਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਹੇ ਜੋਗੀ, ਇਸ ਗੱਲ ਤੇ ਗਰੂਰ, ਹੰਕਾਰ ਤੇ ਮਾਣ ਨਾ ਕਰ ਵੀ ਮੇਰਾ ਆਹ ਫਿਰਕਾ ਹੈ ਤੇ ਮੇਰਾ ਫਿਰਕਾ ਸਭ ਤੋਂ ਉੱਚਾ ਹੈ। ਜੇ ਤੂੰ ਆਪਣੇ ਜੀਵਨ ਅੰਦਰ ਸਗਲ ਜਮਾਤੀ, ਰੱਬ ਦੇ ਪੈਦਾ ਕੀਤੇ ਸਾਰੇ ਜੀਵਾਂ ਨੂੰ ਬਰਾਬਰ ਸਮਝੇ, ਕਿਸੇ ਨੂੰ ਆਪਣੇ ਤੋਂ ਨੀਚ ਨੀਵਾਂ ਨਾ ਸਮਝੇ, ਕਿਸੇ ਨੂੰ ਆਪਣੇ ਤੋਂ ਹੀਣਾ ਮਾੜਾ ਨਾ ਸਮਝੇ, ਸਭਨਾਂ ਨੂੰ ਰੱਬ ਦੇ ਬੰਦੇ ਜਾਣ ਕੇ ਉਹਨਾਂ ਦੀ ਰੱਬ ਦੇ ਬੰਦਿਆਂ ਵਾਂਗ ਰਿਸਪੈਕਟ ਕਰੇ, ਸਤਿਕਾਰ ਕਰੇ, ਉਹਨਾਂ ਨਾਲ ਪਿਆਰ ਕਰੇ, ਉਹਨਾਂ ਨੂੰ ਨੀਚ ਨੀਵਾਂ ਹੀਣਾ ਨਾ ਸਮਝੇ। ਸਤਿਗੁਰੂ ਆਖਦੇ ਨੇ ਉਹਨਾਂ ਦੇ ਪ੍ਰਤੀ ਮਨ ਵਿੱਚ ਹਿੰਸਾ, ਈਰਖਾ, ਦਵੈਸ਼, ਨਫ਼ਰਤ ਤੇ ਗਿਲਾਨੀ ਨਾ ਰੱਖੇ, ਸਾਰਿਆਂ ਨਾਲ ਤੂੰ ਵਿਤਕਰੇ ਤੋਂ ਬਿਨਾਂ ਵਿਹਾਰ ਕਰੇ, ਤਾਂ ਮਹਾਰਾਜ ਕਹਿੰਦੇ ਫੇਰ ਤੂੰ ਸਮਝੀ ਇਹ ਹੀ ਤੇਰਾ ਆਈ ਪੰਥ ਹੈ। ਐਵੇਂ ਆਪਣੇ ਮਨ ਅੰਦਰ ਹੰਕਾਰ ਪਾਲਣਾ ਚੰਗਾ ਨਹੀਂ। ਸਾਰਿਆਂ ਨਾਲ ਇੱਕੋ ਜਿਹਾ ਬਿਨਾਂ ਵਿਤਕਰੇ ਤੋਂ ਵਿਹਾਰ ਕਰਨਾ, ਇਹ ਤੇਰਾ ਆਈ ਪੰਥ ਹੈ। ਆਈ ਪੰਥੀ ਸਗਲ ਜਮਾਤੀ, ਹਜ਼ੂਰ ਨੇ ਆਖਿਆ ਮਨ ਜੀਤ ਹੈ ਜਗ ਜੀਤ। ਜੋਗੀਆਂ ਦੇ ਅੰਦਰ ਇੱਕ ਹੋਰ ਸੀ ਵੀ ਉਹ ਗ੍ਰਸਤੀਆਂ ਨਾਲ ਤਾਂ ਪਹਿਲੀ ਗੱਲ ਵੈਸੇ ਹੀ ਗੱਲ ਨਹੀਂ ਸਨ ਕਰਦੇ। ਕਹਿੰਦੇ ਮਾਇਆ ਦੇ ਕੀੜੇ, ਇਹਨਾਂ ਨੂੰ ਪਰਮਾਰਥ ਦਾ, ਰੱਬ ਦਾ ਕੀ ਪਤਾ, ਇਹ ਸਾਡੇ ਨਾਲ ਕੀ ਗੱਲ ਕਰਨਗੇ। ਅਗਰ ਉਹ ਕਰਨੀ ਵੀ ਪੈਂਦੀ ਤੇ ਬੜੇ ਬਹਿਸ ਮੁਬਾਸੇ, ਬੜੀਆਂ ਗਿਆਨ ਚਰਚਾਵਾਂ ਕਰਕੇ, ਵਾਦ ਕਰਕੇ ਉਹ ਜੇਤੂ ਹੋਣ ਦੀ ਗੱਲ ਕਰਦੇ। ਉਹਨਾਂ ਨੂੰ ਇਹ ਸੀ ਵੀ ਜੇ ਅਸੀਂ ਹਾਰ ਗਏ ਤਾਂ ਲੋਕ ਕਹਿਣਗੇ ਲਓ ਜੀ ਇਹਨਾਂ ਦੇ ਤਿਆਗ ਦਾ ਕੀ ਫਾਇਦਾ, ਇਹਨਾਂ ਨੂੰ ਤਾਂ ਪਤਾ ਕੱਖ ਵੀ ਨਹੀਂ। ਤਾਂ ਉਹ ਗਿਆਨ ਦੇ ਤਲ ਦੇ ਉੱਤੇ, ਦਲੀਲਬਾਜ਼ੀ ਦੇ ਤਲ ਦੇ ਉੱਤੇ ਵੀ ਜਿੱਤਣਾ ਹੀ ਚਾਹੁੰਦੇ ਸਨ, ਤਾਂ ਕਿ ਲੋਕਾਂ 'ਚ ਪ੍ਰਭਾਵ ਜਾਏ ਵੀ ਜੋਗੀਆਂ ਕੋਲ ਹੀ ਰੱਬ ਦਾ ਅਸਲ ਮਾਰਗ ਹੈ। ਸਤਿਗੁਰੂ ਕਹਿੰਦੇ ਨੇ ਜਗਤ ਨੂੰ ਜਿੱਤ ਲੈਣਾ, ਸਭਾਵਾਂ ਜਿੱਤ ਲੈਣੀਆਂ, ਇਹਦਾ ਕੀ ਲਾਭ? ਇਹ ਤਾਂ ਹਉਮੈ ਨੂੰ ਵਧਾਉਣ ਵਾਲੀ ਗੱਲ ਹੈ। ਮੈਂ ਜੇਤੂ, ਦੂਜਾ ਹਾਰਿਆ ਹੋਇਆ। ਗੁਰੂ ਨੇ ਆਖਿਆ ਮਨ ਜੀਤਾ ਜਗ ਜੀਤ। ਜਗ ਨੂੰ ਜਿੱਤਣਾ ਮਨ ਨੂੰ ਜਿੱਤਣਾ ਹੀ ਹੈ। ਸਤਿਗੁਰੂ ਨੇ ਇਸੇ ਕਰਕੇ ਆਖਿਆ ਮਨਸਾ ਮਾਰ ਮਨੈ ਸਿਉ ਲੂਝੈ, ਆਪਣੇ ਮਨ ਨਾਲ ਲੁੱਝੇ। ਬੰਦਾ ਮਨ ਨਾਲ ਅੜੇ, ਆਪਣੇ ਮਨ ਉੱਤੇ ਕਾਬੂ ਪਾਏ, ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਪਾਏ, ਮਨ ਦੇ ਮਾੜੇ ਖਿਆਲਾਂ ਤੇ ਕਾਬੂ ਪਾਏ, ਮਨ ਦੇ ਵਿਕਾਰਾਂ ਤੇ ਕਾਬੂ ਪਾਏ। ਸਤਿਗੁਰੂ ਕਹਿੰਦੇ ਮਨ ਜੀਤਾ ਹੈ ਜਗ, ਮਨ ਨੂੰ ਜਿੱਤਣਾ ਹੀ ਜਗਤ ਨੂੰ ਜਿੱਤਣਾ ਹੈ। ਸਤਿਗੁਰੂ ਨੇ ਆਖਿਆ ਆਦੇਸ਼ ਤਿਸੈ ਆਦੇਸ਼। ਆਦੇਸ਼ ਦਾ ਅਰਥ ਹੈ ਨਮਸਕਾਰ। ਨਮਸਕਾਰ ਹੈ ਮੇਰੀ ਤਿਸੈ, ਉਸ ਅਕਾਲ ਪੁਰਖ ਨੂੰ ਨਮਸਕਾਰ ਹੈ। ਆਦੇਸ਼ ਤਿਸੈ ਆਦੇਸ਼। ਸਤਿਗੁਰੂ ਆਖਦੇ ਨੇ ਆਦ, ਜਿਹੜਾ ਸਾਰੇ ਜਗਤ ਦਾ ਮੁੱਢ ਹੈ, ਸਾਰੇ ਜਗਤ ਦਾ ਕਰਤਾ ਹੈ। ਅਨੀਲ, ਜਿਹੜਾ ਅਕਾਲ ਪੁਰਖ ਵਾਹਿਗੁਰੂ ਕਲੰਕ ਤੋਂ, ਦੋਸ਼ ਤੋਂ, ਔਗਣ ਤੋਂ ਰਹਿਤ ਹੈ, ਪਵਿੱਤਰ ਹੈ, ਸ਼ੁੱਧ ਰੂਪ ਹੈ। ਅਨਾਦ, ਜਿਹਦਾ ਆਪਣਾ ਕੋਈ ਆਦ ਨਹੀਂ, ਜਿਹਦਾ ਆਪਣਾ ਕੋਈ ਆਰੰਭ ਨਹੀਂ। ਅਨਾਹਤ, ਜਿਹੜਾ ਨਾਸ਼ ਨਹੀਂ ਹੁੰਦਾ, ਜੁਗ ਜੁਗ ਏਕੋ ਵੇਸ, ਜਿਹੜਾ ਸਦਾ ਹੀ ਕਾਇਮ ਰਹਿਣ ਵਾਲਾ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਮਹਾਰਾਜ ਦੇ ਦੱਸੇ ਹੋਏ ਇਸ ਪਾਵਨ ਪੌੜੀ 'ਚ ਸਿਖਾਏ ਹੋਏ ਗੁਣਾਂ ਦੇ ਉਪਦੇਸ਼ ਨੂੰ ਅਸੀਂ ਆਪਣੇ ਜੀਵਨ 'ਚ ਧਾਰਨ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਿਸ਼ ਕਰਨ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।